ਜੋ ਜਿਵੇਂ ਵੋਟਾਂ ਦਾ ਸਮਾਂ ਨੇੜੇ ਆਉਂਦਾ ਜਾਂਦਾ ਕਈ ਖੁਲਾਸੇ ਹੁੰਦੇ ਆ, ਹਵਾ ਦਾ ਜਿਹੜਾ ਰੁੱਖ ਆ ਬਦਲਦਾ ਜਾਂਦਾ, ਕਿਆਸ ਰਾਈਆਂ ਕਈ ਤਰ੍ਹਾਂ ਦੀਆਂ ਲਾਈਆਂ ਜਾਂਦੀਆਂ ਨੇ, ਪਰ ਐਂਡ ਤੇ ਜਾ ਕੇ ਹੋ ਕੁਝ ਹੋਰ ਜਾਂਦਾ। ਇੱਕ ਸਾਈਡ ਵਾਕ ਡਿਸਕਵਰੀ ਵੈਨਕੂਵਰ ਸਿਟੀ ਇਲੈਕਸ਼ਨ ਦਾ ਮੁੱਖ ਰੁੱਖ ਮੋੜ ਕੇ ਰੱਖ ਸਕਦੀ ਆ। पेपर ते लिखिया आ कि किस बंदे ने किन्ने पैसे दिते आ और किन्ने होर उन्होंने इकट्ठे करन दा वादा कीता है। उन्होंने वादा किया किसी ने भी 4-5 लाख इकट्ठा कर दूंगा, मैं 7 लाख इकट्ठा कर दूंगा। अच्छा, ਉਹਦੇ ਤੇ ਉਹ गैर कानूनी नहीं है। जे तुसी कहने कि मैं ਤੁਹਾਡੀ पार्टी ਨੂੰ $1 ਲੱਖ इकट्ठा करके दूं, दैट्स ओके, दैट्स फाइन। ਤੁਸੀਂ ਵਾਅਦਾ ਹੀ ਕਰਦੇ ਆ, ਤੁਸੀਂ ਗੱਲ ਇਹ ਕੀਤੀ ਹੈ, ਪੇ ਨਹੀਂ ਕੀਤਾ ਕਿ ਮੈਂ ਆਮ ਲੋਕਾਂ ਦੇ ਨਾਲ ਖੜਾ ਆ, ਮੈਂ ਡਿਵੈਲਪਰਸ ਦੇ ਅਗੇਂਸਟ ਖੜਾ ਆ, ਮੈਂ ਹੈਗਾ ਰੈਂਟ ਤੇ ਰਹਿਣ ਵਾਲਿਆਂ ਦੇ ਹੱਕ ਦੇ ਵਿੱਚ, ਦੂਸਰੇ ਜਿਹੜੇ ਓਨਰਸ ਉਹਨਾਂ ਦੇ ਖਿਲਾਫ ਆ। ਤੇ ਹੁਣ ਲੱਗਦਾ ਕਿ ਵੈਨਕੂਵਰ ਮੇਅਰ ਦੇ ਉਹਨੂੰ ਖਤਰਾ ਆ ਜੇ ਆਮ ਬੰਦੇ ਤੋਂ 1250 ਲਵੇ। ਹਾਂਜੀ, ਮੋਟੇ ਬੰਦਿਆਂ ਤੋਂ ਗੈਰ ਕਾਨੂੰਨੀ ਢੰਗ ਆ। ਹਾਂਜੀ, ਹੁਣ ਕੀ ਇਲੈਕਸ਼ਨ BC ਉਹ ਤੇ ਐਕਸ਼ਨ ਲੈਂਦੇ ਆ? ਸਿਟੀ ਆਫ ਵੈਨਕੂਵਰ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਆ। ਉਸ ਪ੍ਰੈਸ ਰਿਲੀਜ਼ ਦੇ ਮੁਤਾਬਿਕ ਬੈਲਟ ਪੇਪਰ ਦੇ ਉੱਪਰ ਹੁਣ 15 ਜਿਹੜੇ ਕੈਂਡੀਡੇਟਸ ਹੈਗੇ ਆ ਉਹਨਾਂ ਦੇ ਨਾਮ ਜਿਹੜੇ ਆ ਨਾਨ ਲੈਟਿਨ ਕੈਰੈਕਟਰਸ ਦੇ ਵਿੱਚ ਹੋਣਗੇ, ਜਿਵੇਂ ਕਿ ਫॉर ਐਗਜ਼ਾਮਪਲ ਚਾਈਨੀਜ਼ ਜਾਂ ਪਰਸ਼ੀਅਨ। ਕੁਝ ਕੈਂਡੀਡੇਟਸ ਨੇ, ਕਿਉਂਕਿ ਸਿਵਿਕ ਕੈਂਡੀਡੇਟਸ ਦੀ ਲਿਸਟ ਬਹੁਤ ਵੱਡੀ ਹੁੰਦੀ ਹੈ। ਕਿੱਡਾ ਵੱਡਾ ਬੈਲਟ ਪੇਪਰ ਹੋਣਾ ਹੈ। ਹਾਂਜੀ, 86 ਦੇ ਵਿੱਚੋਂ ਜਿਹੜਾ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦਾ, ਜਿਹਨੂੰ ਪੱਕਾ ਨਹੀਂ ਪਤਾ ਕਿਹਨੂੰ, ਉਹਨਾਂ ਨੇ ਕਿੱਥੇ ਮਾਰਕ ਕਰਨਾ? ਤੁਸੀਂ ਦੇਖੋ ਕਿ ਐਡਵਾਂਸ ਪੋਲਿੰਗ ਜਿਹੜੀ ਆ 5 ਅਕਤੂਬਰ ਨੂੰ। ਹਾਂਜੀ, ਤੇ ਅੱਜ ਕਿੰਨੇ ਦਿਨ ਰਹਿ ਗਏ? 11 ਤੇ 5 16 ਦਿਨ ਰਹਿ ਗਏ। ਹਾਂਜੀ, 16ਵੇਂ ਦਿਨ ਐਡਵਾਂਸ ਪੋਲਿੰਗ ਹੋਣੀ ਹੈ। ਹਾਂਜੀ, ਤਾਂ ਉਸ ਤੋਂ ਪਹਿਲਾਂ ਤੁਹਾਨੂੰ ਬੈਲਟ ਪੇਪਰ ਵੀ ਪ੍ਰਿੰਟ ਕਰਨਾ ਪੈਣਾ ਜੀ। ਸੋ ਉਹ ਕਹਿੰਦੇ ਵੀ ਸਾਡੇ ਤੋਂ ਸਮਾਂ ਹੈ ਨਹੀਂ ਹੁਣ। ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਨੇ US ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ US ਨੂੰ ਉਹ ਅਪੀਲ ਕਰਨਾ ਚਾਹੁੰਦੇ ਆ ਕਿ ਉਹ ਅਫਰੀਕਨ ਕੰਟਰੀਜ਼ ਤੇ ਮਾਸਕੋ ਨਾਲ ਸਬੰਧ ਤੋੜਨ ਦੇ ਲਈ ਦਬਾਅ ਨਾ ਪਾਉਣ। ਇੱਕ ਕਾਂਗਰਸ ਦੇ ਕੋਲ ਇੱਕ ਬਿੱਲ ਹੈ, ਅਜੇ ਲਾ ਤਾਂ ਨਹੀਂ ਬਣਿਆ ਉਹ। ਉਸ ਬਿੱਲ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਜਿਹੜੇ ਅਸੀਂ ਸੈਂਕਸ਼ਨਸ ਲਾਏ ਆ ਰਸ਼ੀਆ ਤੇ, ਜਿਹੜੀਆਂ ਪਾਬੰਦੀਆਂ ਲਾਈਆਂ, ਜੇ ਦੂਸਰੇ ਮੁਲਕ ਉਹਨਾਂ ਪਾਬੰਦੀਆਂ ਦੀ ਰਿਸਪੈਕਟ ਨਹੀਂ ਕਰਦੇ, ਉਹ ਆਪ ਨਹੀਂ ਲਾਉਂਦੇ, ਤਾਂ ਫਿਰ ਸਾਨੂੰ ਪਨਿਸ਼ਮੈਂਟ ਦੇਣੀ ਚਾਹੀਦੀ ਉਹਨਾਂ ਨੂੰ। ਅੱਜ ਉਹ ਦਿਨ ਵਾਪਸ ਆ ਗਿਆ ਹੈ ਸੈਂਕਸ਼ਨਸ ਦਾ ਕਰਕੇ। ਹੁਣ ਯੂਰਪ ਨੇ ਤਾਂ ਨਾਰਥ ਅਮਰੀਕਾ ਨੇ ਤਾਂ ਸੈਂਕਸ਼ਨ ਲਾਏ ਆ, ਉਹ ਲਾਏ ਵੀ ਉਹਨਾਂ ਗੱਲਾਂ ਤੇ ਆ ਜਿਨ੍ਹਾਂ ਦੀ ਇਹਨਾਂ ਨੂੰ ਲੋੜ ਨਹੀਂ ਹੈ। ਹਾਂਜੀ, ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਤੇ ਤੜਫਦੇ ਆ ਇਹ। ਹਾਂਜੀ, ਉਹ ਤੇ ਖੁਦ ਵੀ ਅਮਰੀਕਾ ਵਾਲੇ ਚੀਜ਼ਾਂ ਲੈ ਰਹੇ ਆ, ਇਹਨਾਂ ਦਾ ਟ੍ਰੇਡ ਚੱਲ ਰਿਹਾ। ਇੰਡੀਆ ਜਲਦੀ ਹੀ ਰਸ਼ੀਆ ਦੇ ਨਾਲ ਰੁਪਏ ਦੇ ਵਿੱਚ ਵਪਾਰ ਸ਼ੁਰੂ ਕਰਨ ਜਾ ਰਿਹਾ। ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਦੇ ਹੈੱਡ ਨੇ ਇਹ ਜਾਣਕਾਰੀ ਦਿੱਤੀ ਆ। ਪਹਿਲਾਂ ਵੀ ਜਦੋਂ ਸੋਵੀਅਤ ਯੂਨੀਅਨ ਹੁੰਦਾ ਸੀ, ਉਸ ਵੇਲੇ ਅਮਰੀਕਾ ਦੇ ਵਿੱਚ ਵਰਲਡ ਵਾਰ 2 ਤੋਂ ਇਹਨਾਂ ਨੇ ਸਾਰੇ ਦੇਸ਼ਾਂ ਨੇ ਇੱਕ ਸਟੈਂਡਰਡ ਹੀ ਬਣਾ ਦਿੱਤਾ ਸੀ ਕਿ ਡਾਲਰ, ਅਮਰੀਕਨ ਡਾਲਰ ਦੇ ਵਿੱਚ ਹੀ ਟ੍ਰੇਡ ਹੋਊਗਾ ਸਾਰਾ। $75 ਬਿਲੀਅਨ, ਮਤਲਬ ਕਈਆਂ ਮੁਲਕਾਂ ਦੇ ਕੋਲ ਇੰਨਾ ਬਜਟ ਹੈ ਨਹੀਂ। ਹਾਂਜੀ, $75 ਬਿਲੀਅਨ ਜਿਹੜੇ ਇੰਡੀਅਨਸ ਬੈਠੇ ਆ ਕੈਨੇਡਾ ਦੇ ਵਿੱਚ, ਅਮਰੀਕਾ 'ਚ, ਯੂਰਪ 'ਚ, ਮਿਡਲ ਈਸਟ ਦੇ ਵਿੱਚ, ਹਰ ਸਾਲ $75 ਬਿਲੀਅਨ ਭੇਜਦੇ ਆ। ਇੰਡੀਆ ਦੇ ਕੋਲ ਕੋਈ ਘਾਟਾ ਨਹੀਂ ਹੈ ਰਿਜ਼ਰਵ ਦਾ, ਉਹਨਾਂ ਦਾ ਰਿਜ਼ਰਵ ਬਹੁਤ ਆ, ਪਰ ਫਿਰ ਵੀ ਰਿਜ਼ਰਵ ਲਈ ਬਹੁਤ ਜ਼ਰੂਰੀ ਚੀਜ਼ਾਂ ਖਰੀਦਣੀਆਂ ਪੈਂਦੀਆਂ। ਉਹ ਖਰੀਦਣਗੇ, ਉਹ ਖਾਸ ਤੌਰ ਤੇ ਮਿਲਟਰੀ ਹਾਰਡਵੇਅਰ ਲੈਣਾ ਪੈਂਦਾ। ਫਰਾਂਸ ਤੋਂ ਲਿਆ ਉਹਨਾਂ ਨੇ, ਇੰਗਲੈਂਡ ਤੋਂ ਲਿਆ, US ਤੋਂ ਵੀ ਲੈਣਗੇ, ਇਜ਼ਰਾਈਲ ਵਾਲੇ ਦਿੰਦੇ ਨੇ।
KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 19 ਸਤੰਬਰ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ KRPA 1110 AM ਤੇ। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦੇ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ, ਜਿਵੇਂ ਤੁਸੀਂ ਅਕਸਰ ਹੀ ਕਹਿੰਦੇ ਹੁੰਦੇ ਹੋ ਕਿ ਜਿਵੇਂ ਜਿਵੇਂ ਵੋਟਾਂ ਦਾ ਸਮਾਂ ਨੇੜੇ ਆਉਂਦਾ ਜਾਂਦਾ ਕਈ ਖੁਲਾਸੇ ਹੁੰਦੇ ਆ, ਹਵਾ ਦਾ ਜਿਹੜਾ ਰੁੱਖ ਆ ਬਦਲਦਾ ਜਾਂਦਾ, ਕਿਆਸ ਰਾਈਆਂ ਕਈ ਤਰ੍ਹਾਂ ਦੀਆਂ ਲਾਈਆਂ ਜਾਂਦੀਆਂ ਨੇ ਪਰ ਐਂਡ ਤੇ ਜਾ ਕੇ ਹੋ ਕੁਝ ਹੋਰ ਜਾਂਦਾ। ਹੁਣ ਇਸੇ ਤਰ੍ਹਾਂ ਇੱਕ ਖਬਰ ਸਾਹਮਣੇ ਆ ਰਹੀ ਆ, ਇੱਕ ਸਾਈਡ ਵਾਕ ਡਿਸਕਵਰੀ ਵੈਨਕੂਵਰ ਸਿਟੀ ਇਲੈਕਸ਼ਨ ਦਾ ਮੁੱਖ ਰੁੱਖ ਮੋੜ ਕੇ ਰੱਖ ਸਕਦੀ ਆ। ਦੇਖੋ ਤੁਸੀਂ ਕਿ ਇੱਕ ਸਾਈਡ ਵਾਕ ਤੇ ਕਿਸੇ ਨੂੰ ਇੱਕ ਪੇਪਰ ਮਿਲਿਆ, ਬਾਏ ਮਿਸਟੇਕ ਕਿਸੇ ਦੀ ਪਾਕਟ ਤੋਂ ਡਿੱਗਿਆ ਹੋਣਾ, ਤੇ ਉਸ ਪੇਪਰ ਦੇ ਕਰਕੇ ਵੈਨਕੂਵਰ ਸਿਟੀ ਇਲੈਕਸ਼ਨ ਆ ਜਿਹੜੀ ਉਹਦੇ ਜਿਹੜੇ ਸਿਨਾਰੀਓ ਹੈਗੇ ਬਿਲਕੁਲ ਉਹ ਬਦਲ ਸਕਦੇ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਅਜਿਹਾ ਕੀ ਲਿਖਿਆ ਹੋਇਆ ਸੀ ਉਸ ਪੇਪਰ ਦੇ ਉੱਪਰ। ਇਹ ਜਿਹੜੀ ਡਿਸਕਵਰੀ ਵੀ ਕੀਤੀ ਹੈ ਐਰਿਕ ਵੁੱਡਵਾਈਨ ਨੇ, ਮੇਅਰ ਦੇ ਕੈਂਡੀਡੇਟ ਹੈ ਉੱਥੇ ਜੀ ਵੈਨਕੂਵਰ ਦੇ ਵਿੱਚ। ਉਹਨਾਂ ਨੂੰ ਇੱਕ ਪੇਪਰ ਲੱਭਾ, ਪੇਪਰ ਤੇ ਲਿਖਿਆ ਆ ਕਿ ਕਿਸ ਬੰਦੇ ਨੇ ਕਿੰਨੇ ਪੈਸੇ ਦਿੱਤੇ ਆ ਔਰ ਕਿੰਨੇ ਹੋਰ ਉਹਨਾਂ ਨੇ ਇਕੱਠੇ ਕਰਨ ਦਾ ਵਾਅਦਾ ਕੀਤਾ ਹੈ। ਹੁਣ ਨਾਰਮਲ ਇਲੈਕਸ਼ਨ BC ਵੱਲੋਂ ਜਿਹੜਾ ਆਰਡਰ ਦਿੱਤਾ ਆ, ਸਿਵਿਕ ਇਲੈਕਸ਼ਨ ਦੇ ਵਿੱਚ ਇੱਕ ਇੰਡੀਵਿਜੂਅਲ ਜਿਹਦੇ ਵਿੱਚ ਯੂਨੀਅਨ ਜਾਂ ਕੰਪਨੀਆਂ, ਬਿਜ਼ਨਸ ਕੰਪਨੀਆਂ ਨਹੀਂ ਪੈਸੇ ਦੇ ਸਕਦੀਆਂ, ਇੱਕ ਇੰਡੀਵਿਜੂਅਲ ਇੱਕ ਵਿਅਕਤੀ ਦੇ ਤੌਰ ਤੇ ਤੁਸੀਂ 1250 ਰੁਪਏ ਦੇ ਸਕਦੇ ਆ ਜੀ ਕਿਸੇ ਕੈਂਡੀਡੇਟ ਨੂੰ। ਤੇ ਇਹਦੇ ਵਿੱਚ ਜਿਹੜੇ ਉਹਨਾਂ ਨੂੰ ਪੇਪਰ ਲੱਭਾ ਉਹਦੇ ਵਿੱਚ ਜਿੱਦਾਂ ਮੋਟੇ ਬੰਦੇ ਆ, ਮੈਂ ਦੋ ਦੇ ਨਾਂ ਲੈ ਦਿੰਦਾ, ਬੋਸਾ ਪ੍ਰਾਪਰਟੀਜ਼ ਵਾਲੇ ਆ, ਬਹੁਤ ਵੱਡੇ ਪ੍ਰਾਪਰਟੀ ਡੀਲਰਸ ਆ ਉਹ, ਹਾਂਜੀ ਮਤਲਬ ਡਿਵੈਲਪਰ ਆ, ਸੌਰੀ। ਤੇ ਐਕੋਲੀਨੀ ਫੈਮਿਲੀ ਵਾਲੇ ਆ ਜਿਹੜੇ ਵੈਨਕੂਵਰ ਕਨੈਕਸ ਨੂੰ ਓਨ ਕਰਦੇ ਜੀ, ਤਾਂ ਇਹ ਪ੍ਰਾਪਰਟੀ ਡਿਵੈਲਪਰ ਵੀ ਆ। ਬੇਸਿਕਲੀ ਵੱਡੇ ਡਿਵੈਲਪਰਸ ਦੀ ਜਿਹੜੀ ਨਾਂ ਉਹ ਸਾਹਮਣੇ ਆਇਆ, ਬਹੁਤ ਹੀ ਮੋਟੇ ਜਿਹੜੇ ਆ, ਹਾਂਜੀ। ਇਹ ਬੰਦੇ ਆ ਜਿਨ੍ਹਾਂ ਨੇ ਜਿਹੜੀ ਲਿਮਿਟ ਤੋਂ ਜ਼ਿਆਦਾ ਪੈਸੇ ਲਿਖੇ ਆ ਉਹਨਾਂ ਦੇ। ਸੋ ਪਹਿਲੀ ਤਾਂ ਸਿੱਧੀ ਗੱਲ ਹੈ ਕਿ ਵਾਇਲੇਸ਼ਨ ਹੈ ਜੀ ਰੂਲ ਦੀ, ਹਾਂਜੀ। 1250 ਇੱਕ ਦੇ ਸਕਦਾ ਹੈ, ਉਹਨਾਂ ਨੇ ਜ਼ਿਆਦਾ ਲਿਖੇ ਆ। ਫਿਰ ਦੂਸਰਾ ਇਸ਼ੂ ਬਣ ਜਾਂਦੀ ਹੈ ਕਿ ਉਹਨਾਂ ਨੇ ਵਾਅਦਾ ਕੀਤਾ ਕਿਸੇ ਨੇ ਵੀ 4-5 ਲੱਖ ਇਕੱਠਾ ਕਰ ਦੂੰਗਾ, ਮੈਂ 7 ਲੱਖ ਇਕੱਠਾ ਕਰ ਦੂੰਗਾ। ਅੱਛਾ, ਉਹਦੇ ਤੇ ਉਹ ਗੈਰ ਕਾਨੂੰਨੀ ਨਹੀਂ ਹੈ। ਜੇ ਤੁਸੀਂ ਕਹਿੰਦੇ ਕਿ ਮੈਂ ਤੁਹਾਡੀ ਪਾਰਟੀ ਨੂੰ $1 ਲੱਖ ਇਕੱਠਾ ਕਰਕੇ ਦਊਂ, that's okay, that's fine, ਤੁਸੀਂ ਵਾਅਦਾ ਹੀ ਕਰਦੇ ਆ, ਤੁਸੀਂ ਗੱਲ ਹੀ ਕੀਤੀ ਹੈ, ਪੇ ਨਹੀਂ ਕੀਤਾ, ਹਾਲੇ ਵਾਅਦਾ ਕੀਤਾ ਹੈ। ਤੁਸੀਂ ਹੋ ਸਕਦਾ 100 ਬੰਦੇ ਤੋਂ 1000 ਦੀਆਂ ਚੈੱਕਾਂ ਫੜਨੀਆਂ ਹੋਣਗੀਆਂ ਜੀ, ਏਦਾਂ ਵੀ ਕਰਦੇ ਆ ਲੋਕੀ, ਹਾਂਜੀ। ਸੋ ਇਹਦੇ ਚ ਵੱਡੀ ਗੱਲ ਇਹ ਆ ਕਿ ਮੇਅਰ ਜਿਹੜੇ ਆ ਸਾਡੇ ਵੈਨਕੂਵਰ ਦੇ ਕੈਨੇਡੀ ਸਟੂਅਰਟ ਨਾ ਜੀ, ਉਹ ਇਹ ਹਮੇਸ਼ਾ ਕਰਦੇ ਹੁੰਦੇ ਆ ਗੱਲ ਕਿ ਮੈਂ ਆਮ ਲੋਕਾਂ ਦੇ ਨਾਲ ਖੜਾ ਆ, ਮੈਂ ਡਿਵੈਲਪਰਸ ਦੇ ਅਗੇਂਸਟ ਖੜਾ ਆ, ਮੈਂ ਹੈਗਾ ਰੈਂਟ ਤੇ ਰਹਿਣ ਵਾਲਿਆਂ ਦੇ ਹੱਕ ਦੇ ਵਿੱਚ, ਦੂਸਰੇ ਜਿਹੜੇ ਓਨਰਸ ਉਹਨਾਂ ਦੇ ਖਿਲਾਫ ਆ। ਮਤਲਬ ਜਿੱਦਾਂ NDP ਵਾਲੇ ਗੱਲਾਂ ਕਰਦੇ ਹੀ ਹੁੰਦੇ ਆ, ਵੱਡੀਆਂ ਗੱਲਾਂ ਕਰਦੇ ਆ ਲੋਕਾਂ ਨਾਲ। ਜਿੱਦਾਂ ਉਹ ਤੁਸੀਂ ਪਿਛਲੇ ਹਫ਼ਤੇ ਨਹੀਂ ਗੱਲ ਕੀਤੀ ਸੀ, ਡੈਮੋਕ੍ਰੈਟਿਕ ਪਾਰਟੀ ਵੀ ਇਦਾਂ ਕਹਿੰਦੀ ਹੁੰਦੀ ਹੈ US ਦੇ ਵਿੱਚ, ਤੇ ਜਿਹੜੀ ਫਸਟ ਕਲਾਸ ਦੇ ਵਿੱਚ ਜਾਂਦੀ ਸੀ ਉਹ ਕਹਿੰਦੀ ਇਕਨੋਮੀ ਕਲਾਸ ਦੇ ਵਿੱਚ ਕਾਲੀ ਨੂੰ ਖਤਰਾ ਆ, ਹਾਂਜੀ। ਤੇ ਹੁਣ ਲੱਗਦਾ ਕਿ ਵੈਨਕੂਵਰ ਮੇਅਰ ਦੇ ਉਹਨੂੰ ਖਤਰਾ ਆ ਜੇ ਆਮ ਬੰਦੇ ਤੋਂ 1250 ਲੈਂਦੇ, ਹਾਂਜੀ। ਮੋਟੇ ਬੰਦਿਆਂ ਤੋਂ ਗੈਰ ਕਾਨੂੰਨੀ ਢੰਗ ਆ, ਹਾਂਜੀ। ਹੁਣ ਕੀ ਇਲੈਕਸ਼ਨ BC ਉਹ ਤੇ ਐਕਸ਼ਨ ਲੈਂਦੇ ਆ ਜਾਂ ਉਹਦੇ ਪਹਿਲਾਂ ਦੇਖਣਗੇ ਵੀ ਇਹਨਾਂ ਨੇ ਬੰਦਿਆਂ ਨੇ ਪੈਸੇ ਦਿੱਤੇ ਕਿੱਦਾਂ ਜੀ। ਹੁਣ 1250 ਜੇ ਤੁਸੀਂ ਵਾਇਲੇਟ ਕਰਨਾ ਆ, 1250 ਜਿਹੜਾ ਇੱਕ ਕੰਪਨੀ ਆ ਉਹਦੇ ਕੋਲ 200 ਬੰਦਾ ਹੋਵੇ, ਹਾਂਜੀ। ਮੈਂ ਤਾਂ ਕੰਪਨੀਆਂ ਤੋਂ ਬਹੁਤ ਕਈਆਂ ਤੋਂ ਤਾਂ ਹਜ਼ਾਰ ਤੋਂ ਉੱਤੇ ਹੀ ਬੰਦੇ ਆ ਜੀ, ਪਰ 100 ਬੰਦਾ ਹੀ ਲਾ ਲਓ ਤੁਸੀਂ, ਉਹਨਾਂ ਤੋਂ ਪੈਸੇ ਇਕੱਠੇ ਕਰਨੇ ਉਹਨਾਂ ਨੂੰ ਬਹੁਤ ਸੌਖੇ, ਹਾਂਜੀ। ਕਹਿਣ ਨੂੰ ਤਾਂ 1250 ਹੀ ਦਿੰਨੇ ਆ, ਅਸੀਂ ਕਹਿੰਦੇ ਆ 100 ਬੰਦਿਆਂ ਨੂੰ ਕਿ ਤੁਸੀਂ ਚੈੱਕ ਲੈ ਕੇ ਆਓ, ਤੁਸੀਂ ਚੈੱਕ ਦਿਓ ਇੱਕ ਮੇਅਰ ਨੂੰ, ਮੇਅਰ ਦੀ ਪਾਰਟੀ ਨੂੰ,
1250 ਦੀ ਆਪਣੀ ਤੇ ਆਪਣੇ ਘਰ ਵਾਲੀ ਦੀ, ਜਾਂ ਘਰ ਵਾਲੀ ਤਾਂ ਘਰ ਵਾਲੇ ਦੀ, ਦੋਹਾਂ ਜਣਿਆਂ ਦੀ 200 ਚੈਕਸ ਲੈ ਆਓ, ਅਸੀਂ ਤੁਹਾਨੂੰ ਬੋਨਸ ਦੇ ਦੇਵਾਂਗੇ। ਹੁਣ ਬੋਨਸ ਦੇਣਾ ਤਾਂ ਇਲੀਗਲ ਨਹੀਂ ਹੈ ਨਾ, ਗੈਰ ਕਾਨੂੰਨੀ ਨਹੀਂ ਹੈ। ਹਾਂਜੀ, ਕੋਈ ਵੀ ਇੰਪਲੋਇਰ ਬੋਨਸ ਤਾਂ ਦੇ ਹੀ ਸਕਦਾ ਜੀ। ਇਦਾਂ ਯੂਨੀਅਨ ਵਾਲੇ ਆ, ਯੂਨੀਅਨ ਦੇ ਕੋਲ ਇੰਡੀਵਿਜੂਅਲ ਹੈਗੇ ਆ ਬੰਦੇ ਜਿਨ੍ਹਾਂ ਨੂੰ ਕਹਿਣਗੇ ਵੀ ਤੁਸੀਂ 1200 ਇਕੱਠਾ ਕਰਕੇ ਦਿਓ। ਕਹਿਣ ਨੂੰ ਹੀ ਆ, ਵੈਸੇ ਇਹ ਲਾਅ ਬਣਾਇਆ, ਅਪਲਾਈ ਹੁੰਦਾ ਚਾਹੇ ਨਹੀਂ ਹੁੰਦਾ, ਉਹਦੇ ਵਿੱਚ ਬਹੁਤ ਲੂਪ ਹੋਲਸ ਆ ਜੀ, ਤਰੀਕੇ ਨਾਲ ਲੋਕ। ਹਾਂ, ਪਹਿਲਾਂ ਜਿੱਦਾਂ ਕਰਦੇ ਹੁੰਦੇ ਸੀ ਉਹ ਇਦਾਂ ਹੁੰਦਾ ਸੀ ਕਿ 10 ਡਿਵੈਲਪਰ ਇਕੱਠੇ ਹੋਏ ਆ, ਉਹਨਾਂ ਨੇ $20 ਲੱਖ ਇਕੱਠਾ ਕਰਕੇ ਫੜਾਤਾ। ਹੁਣ ਉਹ ਗੱਲ ਨਹੀਂ ਹੈ, ਪਰ ਅਜੇ ਵੀ ਹੁੰਦਾ ਇਦਾਂ ਹੀ ਹੈ। ਆਮ ਸਧਾਰਨ ਬੰਦੇ ਅਜੇ 1250 ਦੇਣ ਵਾਲੇ ਬਹੁਤ ਘੱਟ ਆ, 200 ਦੇਣ ਵਾਲੇ ਘੱਟ ਆ, 300 ਦੇਣ ਵਾਲੇ ਘੱਟ ਆ। ਪਰ ਜਿਹੜੇ ਮੋਟੇ ਬੰਦੇ ਆ ਜਿਨ੍ਹਾਂ ਨੇ ਪੈਸੇ ਇਕੱਠੇ ਕਰਨੇ ਆ, ਉਹ ਜ਼ਿਆਦਾ ਮਾਰਕੀਟ ਦੇ ਵਿੱਚ ਆ, ਕਿਉਂਕਿ ਡਿਵੈਲਪਰਸ ਨੂੰ ਹੀ ਲੋੜ ਪੈਂਦੀ ਹੈ ਸਿਟੀ ਹਾਲ ਦੀ। ਜੀ ਡਾਕਟਰ ਸਾਹਿਬ, ਦੇਖੋ ਪਹਿਲਾਂ ਡਿਵੈਲਪਰਸ ਮਦਦ ਕਰਦੇ ਆ ਤੇ ਬਾਅਦ ਦੇ ਵਿੱਚ ਫਿਰ ਤੁਸੀਂ ਦੇਖ ਲਓ ਕਿ ਸਿਟੀ ਹਾਲ ਦੇ ਵਿੱਚ ਕਰਪਸ਼ਨ ਵੀ ਕਿੰਨੀ ਹੁੰਦੀ ਆ। ਉਹ ਤਾਂ ਫਿਰ ਹੋਣੀ ਆ, ਜਿਨ੍ਹਾਂ ਨੇ ਪੈਸੇ ਦਿੱਤੇ ਆ ਉਹਨਾਂ ਨੇ ਫਿਰ ਕਹਿੰਦੇ ਵਸੂਲ ਵੀ ਤਾਂ ਕਰਨੇ ਆ, ਵਸੂਲ ਵੀ ਕਰਨਾ, ਵਿਆਜ ਵੀ ਤਾਂ ਲੈਣਾ ਨਾ ਉਹਦਾ। ਹਾਂਜੀ। ਉਹ ਫਿਰ ਤਾਂ ਹੀ ਤਾਂ ਕਹਿੰਦੇ ਆ, ਜੇ ਤੁਸੀਂ ਸਰੀ ਸਿਟੀ ਹਾਲ ਦੇ ਵਿੱਚ ਜਾਂਦੇ ਆ, ਜਿਹੜਾ ਬੰਦਾ ਉੱਥੇ ਮੇਅਰ ਤੇ ਮੇਅਰ ਦੀ ਪਾਰਟੀ ਦੇ ਨਾਲ ਬੈਠਾ ਆ, ਜਿਨ੍ਹਾਂ ਨੇ ਪੈਸੇ ਲਾਏ ਆ, ਉਹਨਾਂ ਦੇ ਫਿਰ ਪਰਮਿਟ ਵੀ ਛੇਤੀ ਮਿਲਦੇ ਆ। ਹਾਂਜੀ। ਦੂਸਰੇ ਨੂੰ ਖੱਜਲ ਖੁਆਰ ਵੀ ਕਰਦੇ ਆ। ਹਾਂਜੀ। ਆਮ ਬੰਦਾ ਜਿਹੜਾ ਜਾਂਦਾ ਆ ਉਹਨੂੰ ਖੱਜਲ ਖੁਆਰ ਕਰਦੇ ਆ, ਜਿਨ੍ਹਾਂ ਨੇ ਪੈਸੇ ਦਿੱਤੇ ਆ ਉਹਨਾਂ ਨੂੰ ਖੱਜਲ ਖੁਆਰੀ ਕੋਈ ਨਹੀਂ। ਡਾਕਟਰ ਸਾਹਿਬ, ਆਮ ਬੰਦਾ ਇੰਨਾ ਕੁ ਜ਼ਿਆਦਾ ਖੱਜਲ ਖੁਆਰ ਹੋ ਜਾਂਦਾ ਕਿ ਉਹਨੂੰ ਇਹ ਲੱਗਣ ਲੱਗ ਜਾਂਦਾ ਕਿ ਮੈਂ ਨਾ ਜਿਹੜਾ ਨਵਾਂ ਘਰ ਬਣਾਉਣ ਬਾਰੇ ਸੋਚ ਰਿਹਾ ਕਿ ਇਹ ਮੈਂ ਗਲਤ ਫੈਸਲਾ ਹੀ ਕਰ ਲਿਆ। ਇਹ ਤਾਂ ਵਾਹ ਲੱਗੇ ਜਾਈ ਕਹਿੰਦੇ ਹੁੰਦੇ, ਰਾਹ ਪਈਆ ਜਾਣੀ ਜਾਂ ਫਿਰ ਵਾਹ ਪਿਆ ਜਾਣੀ ਹੈ। ਹੁਣ ਇਸ਼ੂ ਬਣਦੀ ਹੈ ਜੇ ਵੈਨਕੂਵਰ ਦੇ ਵਿੱਚ ਜੇ ਬਣ ਗਈ ਤਾਂ। ਹਾਂਜੀ। ਇੱਕ ਇਸ਼ੂ ਬਣਦੀ ਹੈ ਵੀ ਕੈਨੇਡੀ ਸਟੂਡੈਂਟ ਨੇ ਇਹ ਪਹਿਲੀ ਇਸ਼ੂ ਆ ਵੀ ਗੈਰ ਕਾਨੂੰਨੀ ਗੱਲ ਕੀਤੀ ਆ ਕਿ ਉਹਨਾਂ ਦੇ ਐਕਚੁਅਲੀ ਬੈਂਕ ਅਕਾਊਂਟ ਜਦੋਂ ਚੈੱਕ ਕੀਤੇ ਜਾਣ ਉਹਨਾਂ ਦੀ ਪਾਰਟੀ ਦੇ, ਕਿ ਉਹਨਾਂ ਦੇ ਕੋਲੇ ਪੈਸਾ ਆਇਆ ਸੀ। ਸੋ ਉਹਦੇ ਤੇ ਇਲੈਕਸ਼ਨ BC ਵਾਲੇ ਕੀ ਐਕਸ਼ਨ ਲੈਂਦੇ ਕੀ ਨਹੀਂ ਲੈਂਦੇ, ਕੀ ਇਨਵੈਸਟੀਗੇਸ਼ਨ ਫਾਈਂਡ ਕਰਦੀ ਆ, ਉਹਦਾ ਲੋਕਾਂ ਦੇ ਮਨ ਤਾਂ ਅਸਰ ਪੈਂਦਾ ਨਾ। ਹਾਂਜੀ। ਹੁਣ ਖਾਸ ਤੌਰ ਤੇ ਇਸ ਗੱਲ ਤੇ ਹੈ, ਭਾਵੇਂ ਕਿ ਐਰਿਕ ਵੁੱਡਵਾਈਨ ਮੇਰਾ ਖਿਆਲ ਨਹੀਂ ਜਿੱਤਣ ਵਾਲਾ, ਪਰ ਉੱਥੇ ਕੈਨ ਸਿਮ SIM, ਉਹ ਮੁੰਡਾ ਚਾਈਨੀਜ਼ ਹੈ ਐਕਚੁਅਲੀ, ਮੁੰਡਾ ਤਾਂ ਨਹੀਂ ਹੈ, ਕਾਫੀ ਏਜ ਦਾ। ਪਿਛਲੀ ਵਾਰੀ ਜਦੋਂ 2018 'ਚ ਖੜਾ ਸੀ, ਉਹ ਕੋਈ 1000 ਵੋਟਾਂ ਤੋਂ ਘੱਟ ਤੇ ਉਹ ਹਾਰਿਆ ਮੇਅਰ ਦੇ ਕੋਲੋਂ। ਐਤਕੀ ਪਿਛਲੇ ਨਵੰਬਰ ਦਸੰਬਰ ਦੇ ਵਿੱਚ ਪੂਰੀ ਆਸ ਸੀ ਕਿ ਉਹ ਜਿੱਤ ਸਕਦਾ ਹੈ, ਕਿਉਂਕਿ ਜਿਹੜਾ ਵੈਨਕੂਵਰ ਦਾ ਮੇਅਰ ਕਾਫੀ ਉਹਦੇ ਖਿਲਾਫ ਲੋਕੀ ਹੋ ਗਏ ਸੀ, ਉਹਨਾਂ ਨੇ ਟੈਕਸਸ ਬੜੇ ਵਧਾਏ ਆ, ਬਹੁਤੀਆਂ ਗੱਲਾਂ ਉਹ ਸੁਣਦੇ ਨਹੀਂ, ਕਹਿੰਦੇ ਕੁਛ ਆ ਕਰਦੇ ਕੁਛ ਆ, ਇਹ ਤਾਂ ਸਾਰਿਆਂ ਦਾ ਹੀ ਹੈ। ਹਾਂਜੀ। ਅੱਛਾ, ਇਹ ਫੇਰ ਜਦੋਂ ਫਰਵਰੀ ਦੇ ਵਿੱਚ ਪਤਾ ਲੱਗਾ ਕਿ 4 ਕੈਂਡੀਡੇਟ ਖੜਨੇ ਆ, ਤਾਂ ਫੇਰ ਲੱਗਣ ਲੱਗ ਪਿਆ ਕਿ ਮੇਅਰ ਨੇ ਜਿੱਤ ਜਾਣਾ, ਕਿਉਂਕਿ ਜਿਹੜੀ ਉਹਦੇ ਖਿਲਾਫ ਵੋਟ ਹੈ ਨਾ ਉਹ ਵੰਡੀ ਜਾਣੀ ਹੈ। ਹਾਂਜੀ। ਹੁਣ ਅਜੇ ਵੀ ਵੈਸੇ ਜੇ ਕੋਈ ਹਰਾ ਸਕਦਾ ਮੇਅਰ ਨੂੰ ਤਾਂ ਕੈਨ ਸਿਮ ਹਰਾ ਸਕਦਾ ਜੀ। ਹੁਣ ਉਹਦੇ ਤੇ ਕਿੰਨਾ ਅਸਰ ਪੈਂਦਾ ਆ, ਕਿਉਂਕਿ ਜਿਹੜੀ ਇਹ ਖਬਰ ਆ ਉਹਦੇ ਨਾਲ ਵੈਨਕੂਵਰ ਈਸਟ ਦੇ ਵੋਟਰ ਤੇ ਡਾਊਨਟਾਊਨ ਦੇ ਵੋਟਰ ਜ਼ਰੂਰ ਉਹਨਾਂ ਦੇ ਖਿਲਾਫ ਹੋਏ ਹੋਣੇ, ਥੋੜੇ ਬਹੁਤ ਜਿਹੜੇ ਮੇਅਰ ਨੂੰ ਨਹੀਂ ਚਾਹੁੰਦੇ। ਪਰ ਵੈਨਕੂਵਰ ਵੈਸਟ ਜਿਹੜਾ ਆ ਉੱਥੇ ਵੀ ਤਾਂ ਉੱਥੇ ਵੱਖਰੇ, ਜਿੱਦਾਂ ਸਾਡੇ ਇੱਥੇ ਸਰੀ ਸਾਊਥ ਵਾਲੇ ਹੋਰ ਤਰ੍ਹਾਂ ਵੋਟ ਪਾਉਂਦੇ ਆ, ਵੋਲੀ ਵਾਲੇ ਹੋਰ ਤਰ੍ਹਾਂ ਪਾਉਂਦੇ ਆ, ਨਿਊਟਨ ਵਾਲੇ ਹੋਰ ਤਰ੍ਹਾਂ ਪਾਉਂਦੇ ਆ। ਉੱਥੇ ਵੈਨਕੂਵਰ ਦੇ ਵਿੱਚ ਵੀ ਇਦਾਂ ਹੀ ਆ। ਵੈਨਕੂਵਰ ਈਸਟ ਵਾਲੇ ਇੱਕ ਤਰੀਕੇ ਨਾਲ ਵੋਟ ਪਾਉਂਦੇ ਆ, ਵੈਨਕੂਵਰ ਵੈਸਟ ਵਾਲੇ ਇੱਕ ਤਰੀਕੇ ਨਾਲ ਵੋਟ ਪਾਉਂਦੇ ਆ, ਡਾਊਨਟਾਊਨ ਏਰੀਆ ਵਾਲੇ ਇੱਕ ਤਰੀਕੇ ਨਾਲ ਵੋਟ ਪਾਉਂਦੇ ਆ ਜੀ। ਸੋ ਕੀ ਇਹਦਾ ਅਸਰ ਪੈਂਦਾ ਉਹਨਾਂ ਦੇ ਮੇਅਰ ਦੀਆਂ ਇਲੈਕਸ਼ਨ ਤੇ ਜਾਂ ਨਹੀਂ ਪੈਂਦਾ, ਇਹ ਆਉਣ ਵਾਲੇ ਦਿਨਾਂ ਤੇ ਪਤਾ ਲੱਗਣਾ। BC ਇਲੈਕਸ਼ਨ ਵੱਲੋਂ ਕੀ ਇਨਵੈਸਟੀਗੇਸ਼ਨ ਕੀਤੀ ਗਈ ਹੈ, ਕਿਹੜੇ ਚਾਰਜ ਲਾਏ ਆ ਜਾਂ ਨਹੀਂ ਚਾਰਜ ਲਾਏ। ਪਰ ਇੱਕ ਗੱਲ ਸਾਹਮਣੇ ਆ ਗਈ ਆ ਕਿ ਮੇਅਰ ਕੈਨੇਡੀ ਜਿਹੜੇ ਕਿ ਕਹਿੰਦੇ ਆ, ਕਮ ਸੇ ਕਮ ਜਿਹੜੇ ਰੌਲਾ ਪਾਉਂਦੇ ਆ, ਇਹਨਾਂ ਦੇ ਦੰਦ ਖਾਣ ਵਾਲੇ ਹੋ ਰਿਹਾ, ਦਿਖਾਲਣ ਵਾਲੇ ਹੋ ਰਿਹਾ।
ਜੀ ਡਾਕਟਰ ਸਾਹਿਬ, ਬਾਕੀ ਪੋਲੀਟੀਸ਼ੀਅਨਸ ਦੀ ਤਰ੍ਹਾਂ ਹੀ ਇਹਨਾਂ ਦੀ ਵੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਆ। ਪ੍ਰੀਟੈਂਡ ਤਾਂ ਇਹ ਇਦਾਂ ਕਰਦੇ ਸੀਗੇ ਕਿ ਮੈਂ ਇੱਕ ਬਿਲਕੁਲ ਕਾਮਨ ਜਿਹੜੇ ਲੋਕ ਹੈਗੇ ਆ, ਆਮ ਲੋਕਾਂ ਦੀ ਤਰ੍ਹਾਂ ਮੇਰੀ ਜ਼ਿੰਦਗੀ ਵੀ ਉਹੋ ਜਿਹੀ ਆ, ਤਾਂ ਮੈਨੂੰ ਪਤਾ ਜਿਹੜੀਆਂ ਔਕੜਾਂ ਆਮ ਲੋਕ ਹਰ ਰੋਜ਼ ਜਿਹੜੀਆਂ ਔਕੜਾਂ ਚੋਂ ਲੰਘਦੇ ਤੇ ਮੈਂ ਵੀ ਲੰਘਦਾ। ਪਰ ਹੁਣ ਜਿਵੇਂ ਆਹ ਜਿਹੜਾ ਖੁਲਾਸਾ ਹੋ ਗਿਆ, ਜਿਹੜਾ ਪੇਪਰ ਮਿਲ ਗਿਆ ਸਾਈਡ ਵਾਕ ਤੋਂ, ਇਹਦੇ ਵਿੱਚੋਂ ਕਾਫੀ ਕੁਝ ਸਾਹਮਣੇ ਆਪਣੇ ਆਪ ਹੀ ਆ ਗਿਆ। ਪਰ ਯੈਸ, ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ BC ਵੱਲੋਂ ਹੀ ਦੱਸਿਆ ਜਾਊਗਾ ਕਿ ਇਸ ਕੇਸ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਪ੍ਰੋਸੀਡ ਕਰਦੇ ਆ। ਡਾਕਟਰ ਸਾਹਿਬ, ਸਿਟੀ ਆਫ ਵੈਨਕੂਵਰ ਦੀ ਗੱਲ ਕਰਦੇ ਆ ਇੱਕ ਵਾਰ ਫਿਰ ਤੋਂ। ਸਿਟੀ ਆਫ ਵੈਨਕੂਵਰ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਆ। ਉਸ ਪ੍ਰੈਸ ਰਿਲੀਜ਼ ਦੇ ਮੁਤਾਬਿਕ ਬੈਲਟ ਪੇਪਰ ਦੇ ਉੱਪਰ ਹੁਣ 15 ਜਿਹੜੇ ਕੈਂਡੀਡੇਟਸ ਹੈਗੇ ਆ, ਉਹਨਾਂ ਦੇ ਨਾਮ ਜਿਹੜੇ ਆ ਨਾਨ ਲੈਟਿਨ ਕੈਰੈਕਟਰਸ ਦੇ ਵਿੱਚ ਹੋਣਗੇ, ਜਿਵੇਂ ਕਿ ਫॉर ਐਗਜ਼ਾਮਪਲ ਚਾਈਨੀਜ਼ ਜਾਂ ਪਰਸ਼ੀਅਨ। ਪਹਿਲਾਂ ਇਹਦੇ ਤੇ ਰੌਲਾ ਪਿਆ ਸੀ ਥੋੜਾ ਜਿਹਾ ਕਿ ਨਾਨ ਲੈਟਿਨ ਭਾਸ਼ਾ ਦੇ ਵਿੱਚ ਨਹੀਂ ਹੋਣੇ ਚਾਹੀਦੇ, ਪਰ ਅਦਾਲਤ ਦੇ ਫੈਸਲੇ ਤੋਂ ਬਾਅਦ ਉਹਨਾਂ ਨੇ ਕਹਿ ਦਿੱਤਾ ਕਿ ਠੀਕ ਆ ਫॉर ਨਾਓ ਵੀ ਇਹ ਜਿਹੜੇ ਹੈਗੇ ਨਾਨ ਲੈਟਿਨ ਭਾਸ਼ਾ ਦੇ ਵਿੱਚ ਬੈਲਟ ਪੇਪਰ ਦੇ ਉੱਪਰ ਨਾਮ ਹੋ ਸਕਦੇ ਆ। ਪੂਰਾ ਮਸਲਾ ਹੈ ਕੀ ਇਹ ਜਿੱਦਾਂ ਤੁਸੀਂ ਕਿਹਾ, ਵੈਨਕੂਵਰ ਦੇ ਵਿੱਚ ਕੁਝ ਕੈਂਡੀਡੇਟਸ ਨੇ, ਕਿਉਂਕਿ ਸਿਵਿਕ ਕੈਂਡੀਡੇਟਸ ਦੀ ਲਿਸਟ ਬਹੁਤ ਵੱਡੀ ਹੁੰਦੀ ਹੈ। ਹਾਂਜੀ। ਸਰੀ ਦੇ ਵਿੱਚ ਮੈਂ ਤੁਹਾਨੂੰ ਦੱਸਾਂ 56 ਤੇ ਇੱਥੇ ਕਾਉਂਸਲਰ ਹੈ ਕੈਂਡੀਡੇਟਸ, 22 ਹੈਗੇ ਆ ਸਿਟੀ ਸਕੂਲ ਬੋਰਡ ਲਈ, 8 ਮੇਅਰ ਹੈ। ਹਾਂਜੀ। 30 ਮਤਲਬ 86 ਕੈਂਡੀਡੇਟਸ। ਤੁਸੀਂ ਦੇਖੋ ਵੀ ਕਿੱਡਾ ਵੱਡਾ ਬੈਲਟ ਪੇਪਰ ਹੋਣਾ ਹੈ। ਹਾਂਜੀ। 86 ਦੇ ਵਿੱਚੋਂ ਜਿਹੜਾ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਪੜ੍ਹ ਸਕਦਾ, ਜਿਹਨੂੰ ਪੱਕਾ ਨਹੀਂ ਪਤਾ ਕਿਹਨੂੰ, ਉਹਨਾਂ ਨੇ ਕਿੱਥੇ ਮਾਰਕ ਕਰਨਾ। ਇਸੇ ਤਰ੍ਹਾਂ ਵੈਨਕੂਵਰ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਆਪਣਾ ਨਾਂ ਦੱਸਣ ਲਈ ਖਾਸ ਤੌਰ ਤੇ ਜਿਹੜੇ ਚਾਈਨੀਜ਼ ਲੋਕੀ ਆ, ਜਿਹੜੇ ਮੈਂਡਰਿਨ ਨਹੀਂ ਕੱਲੀ ਪੜ੍ਹ ਸਕਦੇ ਆ, ਤਾਂ ਉਹਨਾਂ ਨੂੰ ਆਪਣੇ ਮੈਂਡਰਿਨ ਦੇ ਵਿੱਚ ਲਿਖ ਦਿੱਤਾ ਜਾਵੇ ਤਾਂ ਕਿ ਉਹ ਸ਼ਨਾਖਤ ਕਰ ਸਕਣ। ਤੇ ਕਈ ਫਾਰਸੀ ਪੜ੍ਹ ਸਕਦੇ ਆ, ਉਹਨਾਂ ਨੂੰ ਫਾਰਸੀ ਦੇ ਵਿੱਚ ਲਿਖਿਆ ਉਹਨਾਂ ਨੇ। ਪਰ ਇਹਦੀ ਕਲਰਕ ਨੇ ਵੈਨਕੂਵਰ ਸਿਟੀ ਹਾਲ ਦੇ ਨੇ ਚੈਲੰਜ ਕੀਤਾ ਇਸ ਗੱਲ ਨੂੰ ਕਿ ਕੈਨੇਡਾ ਦੇ ਵਿੱਚ ਸਿਰਫ 2 ਲੈਂਗੁਏਜ ਆ। ਹਾਂਜੀ। ਜਿਹੜੀਆਂ ਅਫੀਸ਼ੀਅਲ ਆ, ਇੰਗਲਿਸ਼ ਜਾਂ ਫ੍ਰੈਂਚ। ਜੀ। ਤਾਂ ਦੋਨੇ ਲੈਟਿਨ ਸਕ੍ਰਿਪਟ ਦੇ ਵਿੱਚ ਲਿਖੀਆਂ ਜਾਂਦੀਆਂ, ਤੇ ਨਾਨ ਲੈਟਿਨ ਦੇ ਵਿੱਚ ਤੁਸੀਂ ਸਕ੍ਰਿਪਟ ਦੇ ਵਿੱਚ ਆਪਣਾ ਨਾਂ ਨਹੀਂ ਲਿਖ ਸਕਦੇ। ਉਹ ਵੈਸੇ ਐਕਸੈਪਟ ਕੀਤਾ, ਕੋਰਟ ਨੇ ਡੇਟ ਵੀ ਦਿੱਤੀ, ਉਹਨਾਂ ਨੂੰ ਸੁਣਵਾਈ ਵੀ ਸ਼ੁਰੂ ਕੀਤੀ। ਫਿਰ ਕੋਰਟ ਤੇ ਜੱਜ ਨੇ ਕਿਹਾ ਕਿ ਇਹ ਬਹੁਤ ਲੰਬਾ ਚੌੜਾ ਮਾਮਲਾ ਆ, ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਫੁੱਲ ਹੀਅਰਿੰਗ ਹੋਵੇ। ਤੇ ਫੁੱਲ ਹੀਅਰਿੰਗ ਦੇ ਮਤਲਬ ਵੱਖ-ਵੱਖ ਸਾਈਡਾਂ ਤੋਂ ਸੁਣਨ ਦੀ ਲੋੜ ਆ, ਉਹ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ। ਸਮਾਂ ਚਾਹੀਦਾ ਉਹਦੇ ਲਈ, ਸਮਾਂ ਸਾਨੂੰ ਚਾਹੀਦਾ। ਪਰ ਇਸ ਵੇਲੇ ਕਿਉਂਕਿ ਇਲੈਕਸ਼ਨ ਪ੍ਰੋਸੈਸ ਆਲਰੇਡੀ ਚੱਲਦਾ ਆ। ਹਾਂਜੀ। ਔਰ ਤੁਸੀਂ ਦੇਖੋ ਕਿ ਐਡਵਾਂਸ ਪੋਲਿੰਗ ਜਿਹੜੀ ਆ 5 ਅਕਤੂਬਰ ਨੂੰ। ਹਾਂਜੀ। ਤੇ ਅੱਜ ਕਿੰਨੇ ਦਿਨ ਰਹਿ ਗਏ? 11 ਤੇ 5 16 ਦਿਨ ਰਹਿ ਗਏ। ਹਾਂਜੀ। 16ਵੇਂ ਦਿਨ ਐਡਵਾਂਸ ਪੋਲਿੰਗ ਹੋਣੀ ਹੈ। ਹਾਂਜੀ। ਤਾਂ ਉਸ ਤੋਂ ਪਹਿਲਾਂ ਤੁਹਾਨੂੰ ਬੈਲਟ ਪੇਪਰ ਵੀ ਪ੍ਰਿੰਟ ਕਰਨਾ ਪੈਣਾ। ਜੀ। ਸੋ ਉਹ ਕਹਿੰਦੇ ਵੀ ਸਾਡੇ ਤੋਂ ਸਮਾਂ ਹੈ ਨਹੀਂ ਹੁਣ ਇਸ ਵੇ। ਉਹਨਾਂ ਦਾ ਫੈਸਲਾ ਉਹਨਾਂ ਨੇ ਹੱਕ 'ਚ ਨਹੀਂ ਕੀਤਾ। ਉਹਨਾਂ ਨੇ ਇਹ ਕਿਹਾ ਕਿ ਇਹਨਾਂ ਬੰਦਿਆਂ ਨੂੰ ਅਲਾਓ ਕਰੋ ਇਸ ਟਾਈਮ ਦੇ ਲਈ, ਇਸ ਟਾਈਮ ਤੇ ਲਈ। ਜੇ ਮੈਂਡਰਨ ਦੇ ਵਿੱਚ ਜਾਂ ਫਾਰਸੀ ਦੇ ਵਿੱਚ ਲਿਖਣਾ ਚਾਹੁੰਦੇ ਆ, ਇਹਨਾਂ ਨੂੰ ਲਿਖ ਲੈਣ ਦਿਓ। ਉਸ ਤੋਂ ਬਾਅਦ ਅਸੀਂ ਡਿਸਾਈਡ ਕਰਾਂਗੇ ਕਿ ਕੀ ਫੈਸਲਾ ਹੋਊਗਾ ਸਾਰੀਆਂ ਧਿਰਾਂ ਦੀ ਆਰਗੂਮੈਂਟ ਸੁਣਨ ਤੋਂ ਬਾਅਦ। ਜੀ। ਹੁਣ ਕਿਸੇ ਨੇ ਪੰਜਾਬੀ 'ਚ ਤਾਂ ਕਿਹਾ ਨਹੀਂ ਵੈਸੇ। ਹਾਂਜੀ। ਉਹਦਾ ਪੰਜਾਬੀ ਦਾ, ਕਿਉਂਕਿ ਸਾਡਾ ਐਜੂਕੇਸ਼ਨ ਸਿਸਟਮ ਇਦਾਂ ਦਾ ਹਿੰਦੁਸਤਾਨ ਦੇ ਵਿੱਚ, ਜਿਹੜਾ ਵੀ ਸਕੂਲੇ ਗਿਆ ਉਹਨੂੰ ਅੰਗਰੇਜ਼ੀ ਆਉਂਦੀ ਆ। ਹਾਂਜੀ। ਪਰ ਹੋ ਸਕਦਾ ਕਈ ਬੰਦਿਆਂ ਨੂੰ ਨਾ ਸਮਝ ਆਉਂਦੀ ਹੋਵੇ। ਹੁਣ ਮੇਰੇ ਮਾਤਾ ਜੀ ਆ, ਉਹਨਾਂ ਨੂੰ ਪੰਜਾਬੀ ਗੁਰਮੁਖੀ ਦੇ ਸਕ੍ਰਿਪਟ ਦੇ ਵਿੱਚ ਪੜ੍ਹ ਲੈਂਦੇ। ਹਾਂਜੀ। ਪਰ ਅੰਗਰੇਜ਼ੀ ਨਹੀਂ ਆਉਂਦੀ। ਜੀ। ਤਾਂ ਇਸ ਤਰ੍ਹਾਂ ਦੇ ਹੋਰ ਵੀ ਹੋਣੇ। ਹਾਂਜੀ। ਜਿਹੜੇ ਨਹੀਂ ਪੜ੍ਹ ਸਕਦੇ। ਹੁਣ 86 ਦੇ ਵਿੱਚੋਂ ਕਿਹੜੇ ਤੇ ਇਨੀ ਮੀਨੀ ਮਾਈਨੀ ਮੋ ਕਰਕੇ ਲਾਵੇ? ਉਹ ਏਦਾਂ ਗਿਣਿਆ ਕਰੇ ਵੀ ਉੱਕੜ ਦੁੱਕੜ ਭੰਬਾ ਭੋ। ਜੀ ਡਾਕਟਰ ਸਾਹਿਬ, ਕਾਫੀ ਲੰਬੀ ਲਿਸਟ ਹੈਗੀ ਹੈ, ਤੁਸੀਂ ਬਿਲਕੁਲ ਸਹੀ ਕਿਹਾ। ਪਰ ਜੇ ਹੁਣ ਫॉर ਐਗਜ਼ਾਮਪਲ ਪੰਜਾਬੀ ਵਿੱਚ ਨਾ ਲਿਖਿਆ ਹੁੰਦਾ ਤਾਂ ਈਜ਼ੀ ਹੋ ਜਾਂਦਾ ਉਹਨੂੰ ਦੇਖਣਾ, ਲੱਭਣਾ ਤੇ ਹਰ ਇੱਕ ਬੰਦੇ ਨੂੰ ਪੜ੍ਹਨਾ ਸੌਖਾ ਹੋ ਜਾਂਦਾ। ਹਾਂਜੀ, ਬਿਲਕੁਲ। ਹੁਣ ਇਹ ਰੂਲਿੰਗ ਤੋਂ ਬਾਅਦ ਪਤਾ ਲੱਗੂਗਾ ਕਿ ਜੇ ਨਾਨ ਲੈਟਿਨ ਸਕ੍ਰਿਪਟ ਦੇ ਵਿੱਚ ਤੁਸੀਂ ਲਿਖ ਸਕਦੇ ਹੋਏ, ਫਿਰ ਤੁਸੀਂ ਦੇਖਿਓ ਅਗਲੀ ਵਾਰ ਨੂੰ ਪੰਜਾਬੀ ਦੇ ਵਿੱਚ ਵੀ ਲਿਖਣਗੇ ਲੋਕੀ। ਹਾਂਜੀ,
ਬਿਲਕੁਲ ਡਾਕਟਰ ਸਾਹਿਬ, ਰੁਖ ਕਰਦੇ ਹਾਂ ਅਗਲੀ ਖਬਰ ਵੱਲ। ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਨੇ ਯੂਐਸ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਯੂਐਸ ਨੂੰ ਉਹ ਅਪੀਲ ਕਰਨਾ ਚਾਹੁੰਦੇ ਆ ਕਿ ਉਹ ਅਫਰੀਕਨ ਕੰਟਰੀਜ਼ ਤੇ ਮਾਸਕੋ ਨਾਲ ਸਬੰਧ ਤੋੜਨ ਦੇ ਲਈ ਦਬਾਅ ਨਾ ਪਾਉਣ। ਉਹ ਕਹਿੰਦੇ ਕਿ ਉਹਨਾਂ ਨੂੰ ਇਹ ਦੱਸਣ ਦੀ ਕੋਈ ਜ਼ਰੂਰਤ ਨਹੀਂ ਵੀ ਉਹਨਾਂ ਨੇ ਕਿਹਦੇ ਨਾਲ ਵਰਤਣਾ ਤੇ ਕਿਹਦੇ ਨਾਲ ਨਹੀਂ ਵਰਤਣਾ, ਉਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾਣਾ ਚਾਹੀਦਾ। ਇਸ ਪੂਰੀ ਖਬਰ ਬਾਰੇ ਤੁਸੀਂ ਆਪਣੇ ਸਰੋਤਿਆਂ ਨੂੰ ਦੱਸੋ। ਇੱਕ ਕਾਂਗਰਸ ਦੇ ਕੋਲ ਇੱਕ ਬਿੱਲ ਹੈ, ਅਜੇ ਲਾ ਤਾਂ ਨਹੀਂ ਬਣਿਆ ਉਸ ਬਿੱਲ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਜਿਹੜੇ ਅਸੀਂ ਸੈਂਕਸ਼ਨਸ ਲਾਏ ਆ ਰਸ਼ੀਆ ਤੇ, ਜਿਹੜੀਆਂ ਪਾਬੰਦੀਆਂ ਲਾਈਆਂ, ਜੇ ਦੂਸਰੇ ਮੁਲਕ ਉਹਨਾਂ ਪਾਬੰਦੀਆਂ ਦੀ ਰਿਸਪੈਕਟ ਨਹੀਂ ਕਰਦੇ, ਉਹ ਆਪ ਨਹੀਂ ਲਾਉਂਦੇ, ਤਾਂ ਫਿਰ ਸਾਨੂੰ ਪਨਿਸ਼ਮੈਂਟ ਦੇਣੀ ਚਾਹੀਦੀ ਉਹਨਾਂ ਨੂੰ ਕਿ ਉਹਨਾਂ ਦੇ ਖਿਲਾਫ ਅਸੀਂ ਕੋਈ ਨਾ ਕੋਈ ਕਾਰਵਾਈ ਕਰੀਏ। ਜਿਹਦੇ ਵਿੱਚੋਂ ਇੱਕ ਐਕਸੈਪਸ਼ਨ ਦਿੱਤੀ ਸੀ ਉਹਨਾਂ ਨੇ ਇੰਡੀਆ ਨੂੰ। ਹਾਂਜੀ, ਕਿਉਂਕਿ ਇੰਡੀਆ ਕੋਆਰਡੀਨੇਸ਼ਨ ਦੇ ਵਿੱਚ ਹੈ, ਚਾਈਨਾ ਦੇ ਖਿਲਾਫ ਲੜਾਈ ਨੂੰ ਤਰਜੀਹ ਦਿੰਦੇ ਆ ਯੂਐਸ ਵਾਲੇ ਇਸ ਵੇਲੇ। ਉਹ ਇੰਡੀਆ, ਜਾਪਾਨ, ਆਸਟ੍ਰੇਲੀਆ ਤੇ ਯੂਐਸਏ ਚਾਰ ਹੀ ਕੋਆਰਡੀਨੇਸ਼ਨਸ ਬਣੇ ਹਨ। ਤੇ ਇਹ ਕਹਿੰਦੇ ਸੀ ਇਹ ਇੰਡੀਆ ਦੀ ਇੰਨੀ ਅਹਿਮੀਅਤ ਹੈ ਕਿ ਉਹਨਾਂ ਨੂੰ ਜੇ ਨਹੀਂ ਸੈਂਕਸ਼ਨ ਦੇ ਵਿੱਚ ਯਕੀਨ ਕਰਦੇ ਤਾਂ ਕੋਈ ਗੱਲ ਨਹੀਂ, ਅਸੀਂ ਸਮਝਦੇ ਹਾਂ, ਪਰ ਬਾਕੀ ਮੁਲਕਾਂ ਤੇ ਅਸੀਂ ਸਜ਼ਾ ਦੇਣ ਲਈ ਤਿਆਰ ਹਾਂ। ਹੁਣ ਸਾਊਥ ਅਫਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਆਏ ਸੀ ਯੂਐਸ ਦੀ ਵਿਜ਼ਿਟ ਤੇ, ਤਾਂ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਤੁਸੀਂ ਅਫਰੀਕਾ ਦੇ ਮੁਲਕਾਂ ਤੇ ਇਹ ਜ਼ੋਰ ਨਾ ਪਾਓ ਸਾਨੂੰ ਕਿ ਅਸੀਂ ਰਸ਼ੀਆ ਤੇ ਪਾਬੰਦੀਆਂ ਲਾਈਏ। ਸਾਡੀ ਇੰਡੀਪੈਂਡੈਂਟ, ਸਾਡੀ ਆਜ਼ਾਦ ਫੋਰਨ ਪਾਲਿਸੀ ਆ, ਉਹ ਆਜ਼ਾਦ ਫੋਰਨ ਪਾਲਿਸੀ ਰਹਿਣ ਦਿਓ, ਸਾਨੂੰ ਕੰਧ ਨਾਲ ਧੱਕੋ ਕਿਉਂਕਿ ਸਾਡਾ ਰਿਐਕਸ਼ਨ ਕੋਈ ਹੋਰ ਹੀ ਹੋਣਾ। ਹਾਂਜੀ, ਇਸ ਵੇਲੇ ਅਫਰੀਕਾ ਵਾਲਿਆਂ ਦੇ, ਲਤੀਨੀ ਅਮਰੀਕਾ ਵਾਲਿਆਂ ਨੇ, ਏਸ਼ੀਆ ਵਾਲਿਆਂ ਦੇ ਬਹੁਤ ਮੁਲਕ ਆ ਜਿੱਥੇ ਸੈਂਕਸ਼ਨ ਨਹੀਂ ਲੱਗੇ। ਤੁਸੀਂ ਕਹੋ ਕਿ ਜੋ ਕੁਝ ਪਹਿਲਾਂ ਹੁੰਦਾ ਆਇਆ ਸੀ ਨਾ ਕਲੋਨੀਅਲਿਜ਼ਮ ਦੇ ਵੇਲੇ ਦੇ ਵਿੱਚ, ਯੂਰਪ ਨੇ ਸਾਰੇ ਕਾਲੋਨੀਜ਼ ਬਣਾਈਆਂ ਸੀ, ਨਾਰਥ ਅਮਰੀਕਾ ਨੇ ਸਾਰੇ ਕਾਲੋਨੀਜ਼ ਬਣਾਈਆਂ ਸੀ, ਅਸੀਂ ਗੁਲਾਮ ਸੀ। ਏਸ਼ੀਆ ਵਾਲੇ, ਅਫਰੀਕਾ ਵਾਲੇ, ਲੈਟਿਨ ਅਮਰੀਕਾ ਵਾਲੇ, ਅੱਜ ਉਹ ਦਿਨ ਵਾਪਸ ਆ ਗਿਆ ਸੈਂਕਸ਼ਨ ਦਾ ਕਰਕੇ। ਹੁਣ ਯੂਰਪ ਨੇ ਤਾਂ ਨਾਰਥ ਅਮਰੀਕਾ ਨੇ ਤਾਂ ਸੈਂਕਸ਼ਨ ਲਾਏ ਆ, ਉਹ ਲਾਏ ਵੀ ਉਹਨਾਂ ਗੱਲਾਂ ਤੇ ਆ ਜਿਨ੍ਹਾਂ ਦੀ ਇਹਨਾਂ ਨੂੰ ਲੋੜ ਨਹੀਂ ਹੈ। ਹਾਂਜੀ, ਜਿਹੜੀਆਂ ਚੀਜ਼ਾਂ ਦੀ ਲੋੜ ਆ ਉਹ ਤੇ ਤੜਫਦੇ ਆ ਇਹ। ਹਾਂਜੀ, ਉਹ ਤੇ ਖੁਦ ਵੀ ਅਮਰੀਕਾ ਵਾਲੇ ਚੀਜ਼ਾਂ ਲੈ ਰਹੇ ਆ, ਇਹਨਾਂ ਦਾ ਟ੍ਰੇਡ ਚੱਲ ਰਿਹਾ। ਹਾਂਜੀ, ਤੇ ਯੂਰਪ ਵਾਲੇ ਵੀ ਲੈ ਰਹੇ ਆ। ਐਕਚੁਅਲੀ ਉਹ ਤਾਂ ਰੌਲਾ ਪਾਉਂਦੇ ਆ ਵੀ ਰਸ਼ੀਆ ਨੇ ਸਾਨੂੰ ਬੰਦ ਕਿਉਂ ਕੀਤਾ ਹੈ, ਹਾਂਜੀ, ਸਾਡੀ ਗੈਸ ਕਿਉਂ ਬੰਦ ਕੀਤੀ ਹੈ ਜੀ। ਸੋ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਨੇ ਇਹ ਕਹਿਣਾ ਕਿ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ। ਇੱਕ ਤਾਂ ਸਭ ਤੋਂ ਪਹਿਲਾਂ ਤਾਂ ਚੀਨ ਦਾ ਉੱਥੇ ਅੱਜ ਕੱਲ੍ਹ ਅਫਰੀਕਾ ਦੇ ਵਿੱਚ, ਪਹਿਲਾਂ ਹੋ ਸਕਦਾ ਕਿ ਇੱਕ ਜ਼ਮਾਨੇ ਦੇ ਵਿੱਚ ਇੰਗਲੈਂਡ ਦਾ, ਨੈਦਰਲੈਂਡ ਦਾ, ਜਰਮਨੀ ਦਾ, ਇਹਨਾਂ ਦਾ ਸਾਰਿਆਂ ਦਾ ਦਬਦਬਾ ਚੱਲਦਾ ਹੁੰਦਾ ਸੀ, ਤੇ ਫਿਰ ਅਮਰੀਕਾ ਦਾ ਦਬਾ ਚੱਲਣ ਲੱਗ ਪਿਆ ਵਰਲਡ ਵਾਰ 2 ਤੋਂ ਬਾਅਦ। ਹੁਣ ਉੱਥੇ ਨੰਬਰ 1 ਇਨਵੈਸਟਮੈਂਟ ਜੇ ਕੋਈ ਕਰਦਾ ਆ ਤਾਂ ਚੀਨ ਵਾਲੇ ਕਰਦੇ। ਹਾਂਜੀ, ਤੇ ਉਸ ਤੋਂ ਬਾਅਦ ਫਿਰ ਐਕਚੁਅਲੀ ਇੰਡੀਆ ਵਾਲੇ ਵੀ ਇਨਵੈਸਟਮੈਂਟ ਉੱਥੇ ਅਫਰੀਕਾ ਦੇ ਕੰਟੀਨੈਂਟ ਤੇ ਕਾਫੀ ਕਰ ਰਹੇ ਆ, ਰਸ਼ੀਆ ਵਾਲੇ ਵੀ ਕਰ ਰਹੇ ਆ। ਤੇ ਉਹ ਅਫਰੀਕਾ ਦੇ ਮੁਲਕਾਂ ਦਾ ਇਹ ਕਹਿਣਾ ਕਿ ਅਸੀਂ ਇੱਕ ਧਿਰਨਾ ਨਹੀਂ ਹੋਣਾ ਚਾਹੁੰਦੇ, ਸਾਡੀ ਇਹ ਹੈਗੀ ਆ ਆਜ਼ਾਦ ਨੀਤੀ, ਅਸੀਂ ਕੀ ਕਰਨਾ ਕੀ ਨਹੀਂ ਕਰਨਾ ਇਹ ਸਾਡੇ ਤੇ ਛੱਡੋ। ਹਾਂਜੀ, ਸਾਨੂੰ ਦੱਸਣ ਦੀ ਲੋੜ ਨਹੀਂ। ਹਾਂਜੀ, ਔਰ ਖਾਸ ਤੌਰ ਤੇ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਆ ਕੇ ਕਿਹਾ ਉਹਨੇ। ਜੀ ਬਿਲਕੁਲ ਡਾਕਟਰ ਸਾਹਿਬ, ਉਹਨਾਂ ਨੇ ਵਾਈਟ ਹਾਊਸ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਗੱਲ ਕਹੀ ਆ। ਡਾਕਟਰ ਸਾਹਿਬ, ਰੁਕ ਕਰਦੇ ਹਾਂ ਜੀ ਹੁਣ ਅਗਲੀ ਖਬਰ ਵੱਲ। ਇੰਡੀਆ ਜਲਦੀ ਹੀ ਰਸ਼ੀਆ ਦੇ ਨਾਲ ਰੁਪਏ ਦੇ ਵਿੱਚ ਵਪਾਰ ਸ਼ੁਰੂ ਕਰਨ ਜਾ ਰਿਹਾ। ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਦੇ ਹੈੱਡ ਨੇ ਇਹ ਜਾਣਕਾਰੀ ਦਿੱਤੀ ਆ ਤੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਵੀ ਨਵੇਂ ਪੇਮੈਂਟ ਮੈਕੈਨਿਜ਼ਮ ਨੂੰ ਸਰਲ ਬਣਾਉਣ ਦੀ ਜਿਹੜੀ ਸਹਿਮਤੀ ਹੈਗੀ ਆ ਉਹ ਦੇ ਦਿੱਤੀ ਗਈ ਆ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ? ਦੇਖੋ, ਪਹਿਲਾਂ ਵੀ ਜਦੋਂ ਸੋਵੀਅਤ ਯੂਨੀਅਨ ਹੁੰਦਾ ਸੀ ਉਸ ਵੇਲੇ ਅਮਰੀਕਾ ਦੇ ਵਿੱਚ ਵਰਲਡ ਵਾਰ 2 ਤੋਂ ਇਹਨਾਂ ਨੇ ਸਾਰੇ ਦੇਸ਼ਾਂ ਨੇ ਇੱਕ ਸਟੈਂਡਰਡ ਹੀ ਬਣਾ ਦਿੱਤਾ ਸੀ ਕਿ ਡਾਲਰ, ਅਮਰੀਕਨ ਡਾਲਰ ਦੇ ਵਿੱਚ ਹੀ ਟ੍ਰੇਡ ਹੋਊਗਾ ਸਾਰਾ। ਨਵਾਂ ਦੇਸ਼ ਬਣਿਆ ਸੀ, ਸਾਡੇ ਰਿਜ਼ਰਵ ਵੀ ਬਹੁਤ ਘੱਟ ਸੀ ਤੇ ਬਹੁਤ ਚੀਜ਼ਾਂ ਅਸੀਂ ਬਾਹਰੋਂ ਮੰਗਵਾਉਂਦੇ ਸੀ।
ਇਸ ਕਰਕੇ ਇੰਡੀਆ ਵਾਲਿਆਂ ਨੂੰ ਉਸ ਵੇਲੇ ਰਾਹਤ ਮਿਲੀ ਜਦੋਂ ਸੋਵੀਅਤ ਯੂਨੀਅਨ ਨੇ ਇਹ ਕਿਹਾ ਅਸੀਂ ਤੁਹਾਡੇ ਰੁਪਈਏ ਲੈ ਲਵਾਂਗੇ, ਰੁਪਈਆਂ ਦੇ ਨਾਲ ਟ੍ਰੇਡ ਕਰ ਲਾਂਗੇ ਜੀ। ਤੇ ਇਸ ਗੱਲ ਕਰਕੇ ਉਹ ਟ੍ਰੇਡ ਵਾਪਸ ਲਿਆਉਣਾ ਨਾ, ਤੇ ਹੁਣ ਤਾਂ ਵੈਸੇ ਇੰਡੀਆ ਦੇ ਕੋਲ ਰਿਜ਼ਰਵ ਬਹੁਤ ਆ, $75 ਬਿਲੀਅਨ, ਮਤਲਬ ਕਈਆਂ ਮੁਲਕਾਂ ਦੇ ਕੋਲ ਇੰਨਾ ਬਜਟ ਹੈ ਨਹੀਂ। ਹਾਂਜੀ, $75 ਬਿਲੀਅਨ ਜਿਹੜੇ ਇੰਡੀਅਨਸ ਬੈਠੇ ਆ ਕੈਨੇਡਾ ਦੇ ਵਿੱਚ, ਅਮਰੀਕਾ 'ਚ, ਯੂਰਪ 'ਚ, ਮਿਡਲ ਈਸਟ ਦੇ ਵਿੱਚ ਹਰ ਸਾਲ $75 ਬਿਲੀਅਨ ਭੇਜਦੇ ਆ ਅਸੀਂ। ਹਾਂਜੀ, ਇੰਡੀਆ ਨੂੰ। ਸੋ NRI ਅਫੇਅਰਸ ਦੀ ਗੱਲ ਕਰਦੇ ਆ, ਉਹ ਐਵੇਂ ਨਹੀਂ ਕਰਦੇ। $75 ਬਿਲੀਅਨ ਦੀ ਸਾਡੀ ਕੰਟਰੀਬਿਊਸ਼ਨ ਹੈ ਉੱਥੇ, $75,000 ਮਿਲੀਅਨ। ਤੇ ਇਸ ਕਰਕੇ ਇੰਡੀਆ ਦੇ ਕੋਲ ਕੋਈ ਘਾਟਾ ਨਹੀਂ ਹੈ ਰਿਜ਼ਰਵ ਦਾ, ਉਹਨਾਂ ਦਾ ਰਿਜ਼ਰਵ ਬਹੁਤ ਆ, ਪਰ ਫਿਰ ਵੀ ਰਿਜ਼ਰਵ ਲਈ ਬਹੁਤ ਜ਼ਰੂਰੀ ਚੀਜ਼ਾਂ ਖਰੀਦਣੀਆਂ ਪੈਂਦੀਆਂ, ਉਹ ਖਰੀਦਣਗੇ। ਉਹ ਖਾਸ ਤੌਰ ਤੇ ਮਿਲਟਰੀ ਹਾਰਡਵੇਅਰ ਲੈਣਾ ਪੈਂਦਾ, ਫਰਾਂਸ ਤੋਂ ਲਿਆ ਉਹਨਾਂ ਨੇ, ਇੰਗਲੈਂਡ ਤੋਂ ਲਿਆ, US ਤੋਂ ਵੀ ਲੈਣਗੇ, ਇਜ਼ਰਾਈਲ ਵਾਲੇ ਦਿੰਦੇ ਨੇ। ਪਰ ਇਹ ਚੰਗੀ ਗੱਲ ਹੈ, ਕਿਉਂਕਿ ਪਹਿਲੀ ਗੱਲ ਤਾਂ ਇਹਨਾਂ ਨੇ ਸੈਂਕਸ਼ਨ ਵੇਲੇ ਸਮਝਦੇ ਸੀ ਅਸੀਂ ਡਾਲਰ ਦੇ ਨਾਲ ਟ੍ਰੇਡ ਕਰ ਨਹੀਂ ਦੇਣਾ। ਹਾਂਜੀ, ਸੋ ਉਹਨਾਂ ਨੇ ਇੱਕ ਤਰੀਕਾ ਲੱਭ ਲਿਆ ਕਿ ਜੇ ਤੁਸੀਂ ਇਹ ਨਹੀਂ ਕਰਨ ਦੇਣਾ, ਉਹਨਾਂ ਨੇ ਰੂਬਲ, ਅਸੀਂ ਵੈਸਟਰਨ ਯੂਰਪ ਨਾਲ ਸਿਰਫ ਤੇ ਸਿਰਫ ਰੂਬਲ ਨਾਲ ਕਰਾਂਗੇ। ਹਾਂਜੀ, ਰੂਬਲ ਤੁਸੀਂ ਬੈਂਕ ਆਫ ਰਸ਼ੀਆ ਤੇ ਪਾਬੰਦੀ ਲਾਈ ਆ, ਸੈਂਕਸ਼ਨ ਲਾਈ ਆ। ਹੁਣ ਬੈਂਕ ਆਫ ਰਸ਼ੀਆ ਦੇ ਜਿਹੜੀ ਪਾਬੰਦੀ ਲਾਈ ਆ ਉਹਨੂੰ ਬਾਈਫਰਕੇਟ ਉਹਨੂੰ ਇੱਕ ਪਾਸੇ ਰੱਖਣ ਲਈ, ਉਸ ਪਾਬੰਦੀ ਨੂੰ ਹਟਾਉਣ ਲਈ ਉਹਨਾਂ ਨੇ ਇਹ ਕਹਿਤਾ ਕਿ ਤੁਸੀਂ ਰੂਬਲ ਲਾਓਗੇ ਤਾਂ ਟ੍ਰੇਡ ਕਰੋਗੇ। ਹਾਂਜੀ, ਹੁਣ ਸਾਰੀਆਂ ਦੇਸ਼ਾਂ ਨੇ ਤਾਂ ਨਹੀਂ ਕਿਹਾ, ਪਰ ਉਹਨਾਂ ਦੀਆਂ ਕੰਪਨੀਆਂ ਨੇ ਰੂਬਲ ਲਏ ਜੀ, ਇਸੇ ਕਰਕੇ ਰੂਬਲ ਦੀ ਕੀਮਤ ਤਾਂ ਨੂੰ ਗਈ ਹੈ, ਕਾਫੀ ਸਟਰੋਂਗ ਹੋਇਆ ਡਾਕਟਰ ਸਾਹਿਬ। ਹੁਣ ਇੰਡੀਅਨ ਰੂਪੀਜ਼ ਵੀ ਥੋੜਾ ਜਿਹਾ ਹੋਊਗਾ, ਕਿਉਂਕਿ ਕਮ ਸੇ ਕਮ ਰਸ਼ੀਆ ਵਾਲਿਆਂ ਨੇ ਕੀਤਾ ਹੈ। ਹਾਂਜੀ, ਚੀਨ ਵਾਲੇ ਵੀ ਇਹੀ ਕਰ ਰਹੇ ਆ ਕਿ ਸਾਡੀ ਕਰੰਸੀ ਦੇ ਵਿੱਚ ਹੀ ਤੁਸੀਂ ਟ੍ਰੇਡ ਕਰੋ। ਸੋ ਹੁਣ ਜਿਹੜੀ ਪਹਿਲਾਂ ਅੱਜ ਤੋਂ 75 ਸਾਲ ਪਹਿਲਾਂ ਗੱਲਾਂ ਹੁੰਦੀਆਂ ਸੀ, ਵਰਲਡ ਵਾਰ 2 ਤੋਂ ਬਾਅਦ ਇੱਕਦਮ ਅਮਰੀਕਨ ਡਾਲਰ 골ਡ ਸਟੈਂਡਰਡ ਸੀ ਉਸ ਵੇਲੇ। ਹਾਂਜੀ, $17 ਅਮਰੀਕਨ ਦੇ ਦਿੰਦੇ ਸੀ ਤਾਂ ਸਾਰੀ ਦੁਨੀਆ ਦੇ ਵਿੱਚ ਤੁਹਾਨੂੰ 1 ਔਂਸ 골ਡ ਦੇ ਦਿੰਦੇ ਸੀ, ਇੰਨੀ ਕਰੰਸੀ ਤਕੜੀ ਸੀ। 1973 ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਬੰਦ ਕੀਤਾ, ਪਰ ਪਹਿਲਾਂ 골ਡ ਸਟੈਂਡਰਡ ਸੀ ਇਹ। ਪਰ ਅੱਜ ਤੱਕ ਵੀ ਵੈਸੇ ਇੰਟਰਨੈਸ਼ਨਲ ਟ੍ਰੇਡ ਜਿਹੜਾ ਜ਼ਿਆਦਾ ਤੌਰ ਤੇ US ਡਾਲਰ 'ਚ ਹੀ ਹੁੰਦਾ, ਪਰ ਬਹੁਤੇ ਦੇਸ਼ ਹੁਣ ਆਪਸ ਵਿੱਚ ਹੀ ਕਰਨ ਲੱਗ ਪਏ ਕਰੰਸੀ ਵਰਤਣ ਲਈ। ਰੂਬਲ ਵਰਤ ਸਕਦੇ ਆ ਜਾਂ ਰੁਪਈਏ ਵਰਤ ਸਕਦੇ ਆ, ਔਰ ਰੁਪਈਏ ਦਾ ਫਾਇਦਾ ਵੀ ਆ ਉਹਨਾਂ ਨੂੰ। ਇਸ ਵੇਲੇ ਰਸ਼ੀਆ ਦੇ ਕੋਲੋਂ ਜਿਹੜਾ ਪਿਛਲੇ 4-5 ਮਹੀਨਿਆਂ 'ਚ ਤੇਲ ਲਿਆ ਇੰਡੀਆ ਨੇ ਬਹੁਤ ਜ਼ਿਆਦਾ, ਪਹਿਲਾਂ ਵੀ ਲੈਂਦੇ ਸੀ ਪਰ ਹੁਣ ਜ਼ਿਆਦਾ ਹੀ ਕਰਤਾ, ਕਿਉਂਕਿ ਉਹਨਾਂ ਨੇ ਬੜਾ ਸਸਤਾ ਦਿੱਤਾ। ਹਾਂਜੀ, ਹੁਣ ਇੰਟਰਨੈਸ਼ਨਲ ਮਾਰਕੀਟ ਤੋਂ ਇੰਡੀਆ ਉਹੀ ਆਇਲ ਲੈਂਦਾ ਤਾਂ ਉਹ ਮਹਿੰਗਾ ਪੈਣਾ ਸੀ। ਹੁਣ ਅਗਸਤ ਮਹੀਨੇ ਦੇ ਐਂਡ ਤੇ ਇੰਡੀਆ ਨੇ 35,000 ਕਰੋੜ ਰੁਪਏ ਬਚਾਏ ਆ। ਹਾਂਜੀ, ਇਹ ਬਹੁਤ ਪੈਸੇ ਆ ਜੀ। ਉਹ ਨਹੀਂ ਤਾਂ ਇੰਡੀਆ ਦੇ ਵਿੱਚ ਵੀ ਉਹੀ ਹਾਲ ਹੋਣਾ ਸੀ ਜਿਹੜੇ ਬਾਕੀ ਮੁਲਕਾਂ ਦੇ ਵਿੱਚ ਹੋ ਰਿਹਾ ਕਿ ਪ੍ਰਾਈਸਾਂ ਹਰ ਰੋਜ਼ ਹੀ ਵੱਧ ਰਹੀਆਂ, ਪਰ ਉਹਨਾਂ ਨੇ ਵਧਣ ਨਹੀਂ ਦਿੱਤੀਆਂ ਇਸ ਕਰਕੇ ਕਿਉਂਕਿ ਰਸ਼ੀਅਨ ਆਇਲ ਜਿਹੜਾ ਉਹਨਾਂ ਨੂੰ ਸਸਤਾ ਮਿਲ ਰਿਹਾ ਸੀ। ਹੁਣ ਉਹ ਤੇ ਕਹਿੰਦੇ ਹੁੰਦੇ ਆ ਔਨ ਟੌਪ ਆਫ ਦੈਟ, ਤੁਸੀਂ ਕਹਿ ਲਓ ਕਿ ਉਹਦੇ ਤੇ ਵੀ ਹੁਣ ਰੁਪਈਆਂ ਦੇ ਵਿੱਚ ਖਰੀਦਣਗੇ। ਹਾਂਜੀ, ਤੇ ਉਹ ਕਿਉਂ ਸੈਂਕਸ਼ਨ ਲਾਉਣ? ਜੀ ਬਿਲਕੁਲ, ਉਹਨਾਂ ਨੂੰ ਤਾਂ ਫਾਇਦਾ ਹੋ ਰਿਹਾ। ਹਾਂਜੀ, ਵੈਸੇ ਵੀ ਡਾਕਟਰ ਸਾਹਿਬ ਇੰਡੀਆ ਦੀ ਜਿਹੜੀ ਇਕਨੋਮੀ ਹੈਗੀ ਆ ਕਾਫੀ ਜ਼ਿਆਦਾ ਸਟਰੋਂਗ ਹੋਈ ਆ, ਜਿਵੇਂ ਬਾਕੀ ਸਾਰੇ ਵਰਲਡ ਦੀ ਪੈਂਡੈਮਿਕ ਦੇ ਦੌਰਾਨ ਸਾਰੀ ਇਕਨੋਮੀ ਹਿੱਲ ਗਈ ਸੀ, ਬਟ ਇੰਡੀਆ ਦੀ ਸਟਰੋਂਗ ਹੋਈ ਹੈ, ਜਿੰਨੀਆਂ ਆਪਾਂ ਰਿਪੋਰਟਸ ਵਗੈਰਾ ਡਿਸਕਸ ਕੀਤੀਆਂ ਪਹਿਲਾਂ ਵੀ। ਦੇਖੋ ਇੰਡੀਆ ਦੇ ਕੋਲ ਇੱਕ ਸਭ ਤੋਂ ਵੱਡੀ ਗੱਲ ਹੈਗੀ ਹੈ ਜਿਹੜਾ ਹਿਊਮਨ ਰਿਸੋਰਸਸ। ਹਾਂਜੀ, ਕਿਉਂਕਿ ਹਿਊਮਨ ਰਿਸੋਰਸਸ ਸਭ ਤੋਂ ਜ਼ਿਆਦਾ ਇੰਡੀਆ ਦੇ ਕੋਲ ਹੈ, ਚਾਈਨਾ ਦੇ ਕੋਲ ਹੈ। ਹਾਂਜੀ, ਪਰ ਯੰਗ ਜਿਹੜੇ ਜੇ ਤੁਸੀਂ 25 ਸਾਲ ਤੋਂ ਦੇਖਣੇ ਆ, ਜੇ ਨੰਬਰ 25 ਸਾਲ ਤੋਂ ਘੱਟ ਉਮਰ ਦੀ ਦੇਖਣੇ ਆ ਔਰ ਉਹਨਾਂ ਦੀ ਦੇਖਣੀ ਹੈ ਐਜੂਕੇਸ਼ਨ, ਉਹਨਾਂ ਦੀ ਕਪੈਸਿਟੀ ਟੂ ਵਰਕ, ਉਹ ਸਭ ਤੋਂ ਜ਼ਿਆਦਾ ਇੰਡੀਆ ਦੇ ਕੋਲ ਹੈ। ਹਾਂਜੀ, ਇਸ ਕਰਕੇ ਪੋਟੈਂਸ਼ੀਅਲ ਇੰਡੀਆ ਦੇ ਕੋਲ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਸਹੀ ਕਿਹਾ ਤੁਸੀਂ ਕਿ ਪੋਟੈਂਸ਼ੀਅਲ ਇੰਡੀਆ ਦੇ ਕੋਲ ਹੀ ਆ। ਡਾਕਟਰ ਸਾਹਿਬ ਰੁੱਖ ਕਰਦੇ ਆ ਹੁਣ ਅਗਲੀ ਖਬਰ ਵੱਲ। ਸਟੈਟਿਸਟਿਕਸ ਕੈਨੇਡਾ ਅਨੁਸਾਰ ਰੀਅਲ ਐਸਟੇਟ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਕੈਨੇਡੀਅਨ ਪਰਿਵਾਰਾਂ ਨੇ ਸੈਕੰਡ ਕੁਆਰਟਰ ਵਿੱਚ ਲਗਭਗ $1 ਟ੍ਰਿਲੀਅਨ ਕੈਨੇਡੀਅਨ ਡਾਲਰਸ ਵਿੱਚ ਗਿਰਾਵਟ ਦੇਖੀ ਆ। ਇਸ ਰਿਪੋਰਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ, ਇੱਕ ਪਾਸੇ ਇਨਫਲੇਸ਼ਨ ਕੰਟਰੋਲ ਕਰਨ ਲਈ ਤੁਹਾਨੂੰ ਇੰਟਰਸਟ ਰੇਟ ਵਧਾਉਣੇ ਪੈਣੇ ਆ। ਹੁਣ 3.25 ਆ ਜਿਹੜਾ ਬੈਂਕ ਆਫ ਕੈਨੇਡਾ ਦਾ ਰੇਟ ਹੈ, ਔਰ ਉਹਨੂੰ 4 ਕਰਨਾ ਚਾਹੁੰਦੇ ਹੁਣ ਥੋੜੇ ਜਿਹੇ ਸਮੇਂ ਦੇ ਵਿੱਚ। ਹਾਂਜੀ, ਕਿਉਂਕਿ ਯੂਐਸ ਵਾਲੇ ਅਜੇ ਤੱਕ ਵਧਾ ਰਹੇ ਆ। ਜਿੰਨਾ ਚਿਰ ਯੂਐਸ ਦੇ ਵਿੱਚ ਵਧੀ ਜਾਂਦਾ ਇੰਟਰਸਟ ਰੇਟ, ਕੈਨੇਡਾ ਵਾਲੇ ਕਹਿੰਦੇ ਕਿ ਅਸੀਂ ਘਟਾਉਣਾ ਨਹੀਂ। ਹਾਂਜੀ, ਤੇ ਉਹਦਾ ਮਤਲਬ ਇਹ ਆ ਕਿ ਜਿਹੜੀ ਤੁਸੀਂ ਮੌਰਗੇਜ ਲੈਣੀ ਆ ਉਹ ਤੇ ਪੇਮੈਂਟਸ ਉਹਦੀਆਂ ਜ਼ਿਆਦਾ ਵਧੀ ਜਾਂਦੀਆਂ। ਸੋ ਉਹਦਾ ਅਸਰ ਇਹ ਪਿਆ ਹੈ ਕਿ ਹੁਣ ਸਮਾਂ ਪਹਿਲਾਂ ਆਇਆ ਸੀ ਕਿ ਸਥਿਰ ਹੋ ਗਈਆਂ ਸੀ ਪ੍ਰਾਈਸਿਸ, ਉਸ ਤੋਂ ਬਾਅਦ ਸਮਾਂ ਆਇਆ ਹੁਣ ਘਟਣੀਆਂ ਸ਼ੁਰੂ ਹੋਈਆਂ। $1 ਟ੍ਰਿਲੀਅਨ, 1000 ਬਿਲੀਅਨ ਡਾਲਰ। ਹਾਂਜੀ, ਮਤਲਬ ਇੰਨੀ ਦੌਲਤ ਕਹਿ ਲਓ ਕਦੇ ਘਟੀ ਨਹੀਂ ਕੈਨੇਡਾ ਦੇ ਵਿੱਚ ਜਿੰਨੀ ਅੱਜ ਘਟੀ ਹੈ ਜੀ। ਔਰ ਇਹ ਜਿਹੜੇ ਇਕਨੋਮਿਸਟ ਹੈ ਇਹ ਸਾਨੂੰ ਦੱਸਦੇ ਆ ਕਿ ਅਗਲੇ ਸਾਲ ਹੋਰ ਵੀ ਘਟਣੀ ਹੈ। ਅਜੇ ਕੀਮਤਾਂ ਇਸ ਤੋਂ ਥੱਲੇ ਵੀ ਜਾਣੀਆਂ। ਤੇ ਜੇ ਰਿਸੈਸ਼ਨ ਦੇ ਆਸਰਾਈਆਂ ਲਾ ਰਹੇ ਆ ਕਿ ਅਗਲੇ ਸਾਲ ਜਾਂ ਉਦੋਂ ਅਗਲੇ ਸਾਲ ਰਿਸੈਸ਼ਨ ਆ ਜਾਣਾ, ਤੇ ਫਿਰ ਕੀਮਤਾਂ 25% ਤੋਂ ਜ਼ਿਆਦਾ ਵੀ ਘਟ ਸਕਦੀਆਂ। ਹਾਂਜੀ, ਸੋ ਉਹਨਾਂ ਦਿਨਾਂ ਦੀ ਲੋਕੀ ਕਈ ਤਾਂ ਵੇਟ ਕਰ ਰਹੇ ਆ ਕਿ ਜੇ ਹਾਊਸਿੰਗ ਅਫੋਰਡੇਬਿਲਟੀ ਹੋਣੀ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਹੋਊਗੀ ਜੀ, ਪਰ ਲਗਾਤਾਰ ਘਟ ਰਹੀਆਂ। ਜੀ ਡਾਕਟਰ ਸਾਹਿਬ, ਵੈਸੇ ਵੀ ਇਸ ਰਿਪੋਰਟ ਦੇ ਅਨੁਸਾਰ ਘੱਟੋ ਘੱਟ 1990 ਤੋਂ ਬਾਅਦ ਇਹ ਸਭ ਤੋਂ ਵੱਡੀ ਕਮੀ ਆ ਜਿਹੜੀ ਗਿਰਾਵਟ ਹੈਗੀ ਹੈ ਦੇਖੀ ਗਈ ਆ। ਤੇ 1990 ਤੋਂ ਬਾਅਦ ਸਭ ਤੋਂ ਵੱਧ ਕੀਮਤਾਂ ਵੀ ਹੁਣੇ ਹੀ ਵਧੀਆਂ। ਹਾਂਜੀ, ਇੱਕ ਸਮਾਂ ਸੀ ਕਿ ਕਈ ਤਕਰੀਬਨ 10 ਸਾਲ ਤੱਕ ਕੁਝ ਨਹੀਂ ਇੱਥੇ ਹੋਇਆ ਜੀ। ਜੇ ਤੁਸੀਂ ਘਰ ਲੈਂਦੇ ਸੀ ਤਾਂ ਉਹਦੀ ਤੁਸੀਂ ਪੜ੍ਹਦੇ ਸੀ ਕਿ 5 ਸਾਲ ਦਾ ਸੇਲ ਤੇ ਲਾਇਆ ਹੈ, ਵਿਕਿਆ ਹੀ ਨਹੀਂ। ਹਾਂਜੀ, ਤੇ ਹੁਣ 5 ਸਾਲਾਂ ਦੇ ਵਿੱਚ 6 ਵਾਰੀ ਵਿਕ ਜਾਂਦਾ। ਹਾਂਜੀ, ਮਤਲਬ ਜਦੋਂ ਹੁਣ ਤਾਂ ਨਹੀਂ ਵੇਚਦਾ ਇਸ ਵੇਲੇ, ਪੈਂਡੈਮਿਕ ਪਰ ਦੇ ਦੌਰਾਨ ਹੋਇਆ ਪੈਂਡੈਮਿਕ ਸੀ। ਦੇ ਦੌਰਾਨ ਇਦਾਂ ਹੋਇਆ ਸੀ ਕਿ 5 ਸਾਲਾਂ ਦੇ ਵਿੱਚ 6 ਵਾਰ ਘਰ ਵਿਕ ਗਿਆ। ਹਾਂਜੀ, ਉਹ ਔਰ ਹਰੇਕ ਵਾਰੀ ਇੱਕ ਨੇ ਕੋਈ 5 ਲੱਖ ਦਾ ਲਿਆ, ਦੂਜੀ ਵਾਰੀ ਉਹਨੇ 6 ਦਾ ਲਾਤਾ, ਉਹਨੇ 7 ਦਾ ਲਾਤਾ, ਉਹਨੇ 8 ਦਾ ਲਾਤਾ, ਉਹਨੇ 9 ਦਾ। ਹਾਂਜੀ, ਹੁਣ ਇਦਾਂ ਨਹੀਂ ਹੋਣੀ। ਜੀ, ਹੁਣ 8 ਦਾ 7 ਦਾ ਹੋਣਾ, 7 ਵਾਲਾ 6 ਦਾ ਹੋਣਾ, 6 ਵਾਲਾ 5 ਦਾ ਹੋਣਾ। ਅੱਛਾ, ਕਈ ਬੰਦੇ ਕਹਿਣਗੇ ਜੀ ਉਹ ਫਲਾਣੇ ਬੰਦੇ ਨੇ ਇਹ 8 ਦਾ ਲਿਆ ਸੀ, ਹੁਣ 8.5 ਦਾ ਲਾਤਾ। ਹਾਂਜੀ, ਇਹ 'ਚ ਤੁਹਾਨੂੰ ਕੋਈ ਰੋਕ ਤਾਂ ਨਹੀਂ ਸਕਦਾ। ਤੁਸੀਂ ਜੋ ਮਰਜ਼ੀ ਮੰਗੋ, ਜੀ, ਤੁਸੀਂ ਕਹੋ ਆ ਮੇਰੀ ਕਾਰ ਆ, ਮੈਂ ਇਹਦਾ $1.5 ਲੱਖ ਮੰਗਦਾ, ਇਹ ਤਾਂ ਤੁਹਾਡੀ ਮਰਜ਼ੀ ਹੈ ਨਾ। ਤੁਸੀਂ ਭਾਵੇਂ 15 ਲੱਖ ਮੰਗ ਲਓ, ਮੈਨੂੰ ਉਦਣ ਦੱਸਿਓ ਵੀ ਜਿੱਦਣ ਤੁਹਾਡੀ ਇਹ ਵਿਕ ਗਈ ਹੋਵੇ। ਹਾਂਜੀ, ਅਸਲੀ ਦਾ ਕੰਮ ਉਹ ਹੋਣਾ ਵੀ ਜਿੱਦਣ ਐਕਚੁਅਲੀ ਕਿਸੇ ਨੇ ਪੈਸੇ ਦੇਤੇ, ਤੁਹਾਨੂੰ $1.5 ਲੱਖ ਦੇਤਾ, ਤੁਹਾਡੀ ਕਾਰ ਖਰੀਦ ਲਈ। ਹਾਂਜੀ, ਵੈਸੇ ਤਾਂ ਤੁਸੀਂ ਜੋ ਮਰਜ਼ੀ ਪੁੱਛੀ ਜਾਓ, ਤੁਸੀਂ 8.5 ਦਾ ਲਾਉਣਾ, 8.5 ਦਾ ਕਿਉਂ, 9.5 ਦਾ ਲਾਓ, ਜਿੰਨਾ ਮਰਜ਼ੀ ਰੇਟ ਲਾ ਸਕਦੇ ਹੋ। ਤੁਸੀਂ ਮਨ ਨੂੰ ਖੁਸ਼ ਕਰਨਾ ਹੈ। ਹਾਂਜੀ, ਫਿਰ 9.5 8 ਨਾਲ ਜ਼ਰੂਰ ਖੁਸ਼ ਕਰਨਾ, ਤੁਸੀਂ 9.5 ਲਾਓ। ਹਾਂਜੀ, ਵਿਕਣਾ ਤਾਂ 8.5 ਦਾ ਵੀ ਨਹੀਂ ਤੇ 9.5 ਦਾ ਵੀ ਨਹੀਂ। ਹਾਂਜੀ, ਬਿਲਕੁਲ। ਕਿਉਂਕਿ ਜਦੋਂ ਪ੍ਰਾਈਸਿਸ ਘਟ ਰਹੀਆਂ ਉਸ ਵੇਲੇ ਗਾਹਕ ਨਹੀਂ ਲੱਭਦਾ। ਡਾਕਟਰ ਸਾਹਿਬ, ਰੁਕ ਕਰਦੇ ਆ ਅਗਲੀ ਖਬਰ ਵੱਲ। ਬਲੂਮਬਰਗ ਦੀ ਇੱਕ ਰਿਪੋਰਟ ਆਈ ਹੈ ਜੀ, ਤੇ ਇਸ ਰਿਪੋਰਟ ਦੇ ਅਨੁਸਾਰ ਮਾਸਕੋ ਦੇ ਕੋਲੇ ਆਪਣੇ ਅੱਧੇ ਨਾਲੋਂ ਵੀ ਜ਼ਿਆਦਾ ਤੇਲ ਦੇ ਨਵੇਂ ਖਰੀਦਦਾਰ ਹੈਗੇ ਆ, ਜਿਨ੍ਹਾਂ ਵਿੱਚ ਬ੍ਰਾਜ਼ੀਲ, ਸ਼੍ਰੀਲੰਕਾ, ਸਾਊਥ ਅਫਰੀਕਾ ਵਰਗੇ ਦੇਸ਼ ਨੇ। ਤੇ ਰਸ਼ੀਆ એનર્ਜੀ ਦੇ ਲਈ ਜਿਹੜੀ ਮਾਰਕੀਟ ਦੇ ਵਿੱਚ ਹੁਣ ਉਹ ਯੂਰਪੀਅਨ ਯੂਨੀਅਨ ਦੀ ਥਾਂ ਆਸਾਨੀ ਦੇ ਨਾਲ ਲੈ ਸਕਦੇ ਆ, ਤੇ ਮਤਲਬ ਉਹਨੂੰ ਰਿਪਲੇਸ ਕਰ ਸਕਦੇ ਆ। ਇਸ ਖਬਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਯੂਰਪੀਅਨ ਯੂਨੀਅਨ ਨੇ ਪਿੱਛੇ ਜਿਹੇ ਇੱਕ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਮਤਾ ਪੇਸ਼ ਕੀਤਾ ਸੀ ਕਿ ਅਸੀਂ ਹੁਣ ਸੈਂਕਸ਼ਨ ਪੂਰੀ ਤਰ੍ਹਾਂ ਲਾਉਣ ਲਈ ਉਹਨਾਂ ਦਾ ਆਇਲ ਵੀ ਬੰਦ ਕਰੀਏ। ਹਾਂਜੀ, ਕਿਉਂਕਿ ਗੈਸ ਉਹਨਾਂ ਨੇ ਆਪ ਬੰਦ ਕਰ ਦਿੱਤਾ। ਪਹਿਲਾਂ ਤਾਂ ਕਹਿੰਦੇ ਸੀ ਅਸੀਂ ਗੈਸ ਦਾ ਵੀ ਕਰਨਾ ਹੈ, ਪਰ ਗੈਸ ਕਰੇ ਤੇ ਰੌਲਾ ਪਾਉਂਦੇ ਵੈਸੇ ਯੂਰਪੀਅਨ ਯੂਨੀਅਨ ਵਾਲੇ, ਕਹਿੰਦੇ ਕਿ ਜੇ ਸਾਨੂੰ ਗੈਸ ਨਹੀਂ ਦੇਣਾ, ਹੁਣ ਕਰ ਰਹੇ ਕਿ ਨਹੀਂ, ਉਹ ਮੈਨੂੰ ਤੁਸੀਂ ਕਰਦੇ ਆ, ਜੋ ਕੁਝ ਕਰਦੇ ਆ ਅਸੀਂ ਵੀ ਤੁਹਾਨੂੰ ਕਰਾਂਗੇ। ਹਾਂਜੀ, ਤੇ ਤੇਲ ਅਸੀਂ ਲੈਣਾ ਬੰਦ ਕਰਨਾ। ਤਾਂ ਬਲੂਮਬਰਗ ਵਾਲੇ ਇਹੀ ਕਹਿੰਦੇ ਆ ਇਹਨਾਂ ਦੇ, ਉਹ ਕਹਿੰਦੇ ਕਿ ਯੂਰਪੀਅਨ ਯੂਨੀਅਨ ਜਿੰਨਾ ਉਹਨਾਂ ਤੋਂ ਤੇਲ ਲੈਂਦੀ ਆ, ਉਨੀਆਂ ਮਾਰਕੀਟ ਉਹਨਾਂ ਦੇ ਕੋਲ ਹੈਗੀਆਂ ਰਸ਼ੀਆ ਦੇ ਕੋਲ। ਹਾਂਜੀ, ਹੁਣ ਇੱਕ ਤਾਂ ਦੇਖੋ ਤੁਸੀਂ ਇੰਡੀਆ ਵਾਲਿਆਂ ਨੇ ਥੋੜੇ ਜਿਹੇ ਮਹੀਨੇ 'ਚ 35,000 ਕਰੋੜ ਰੁਪਈਆ ਬਚਾਇਆ। ਹਾਂਜੀ, ਸਸਤਾ ਆਇਲ ਲੈ ਕੇ।
ਇਦਾਂ ਹੀ ਪੈਸੇ ਬਚਾਏ ਹੋਣੇ ਚੀਨ ਵਾਲਿਆਂ ਨੇ। ਚਾਈਨਾ ਤੇ ਇੰਡੀਆ ਦੁਨੀਆ ਦੇ ਸਭ ਤੋਂ ਵੱਡੇ ਖਰੀਦਦਾਰ ਆ। ਹਾਂਜੀ। ਉਹਦਾ ਦੂਜਾ ਮੁਲਕਾਂ ਨੂੰ ਵੀ ਫਾਇਦਾ। ਹੁਣ ਪ੍ਰਾਈਸ ਤਾਂ ਵੀ ਘਟੀ ਆ ਕਿਉਂਕਿ ਇਹ ਦੋ ਬਹੁਤ ਹੀ ਵੱਡੇ ਜਿਹੜੇ ਖਰੀਦਦਾਰ ਆ ਉਹਨਾਂ ਨੇ ਜ਼ਿਆਦਾ ਰਸ਼ੀਆ ਤੋਂ ਲਿਆ, ਬਾਕੀਆਂ ਤੋਂ ਘੱਟ ਲਿਆ। ਜੇ ਉਹ ਇੰਟਰਨੈਸ਼ਨਲ ਮਾਰਕੀਟ ਤੇ ਇੰਡੀਆ ਜਾਂ ਚਾਈਨਾ ਦੋਏ ਜਾਣੇ ਇਕੱਠੇ ਹੋ ਕੇ ਲੈਣ ਤਾਂ ਪ੍ਰਾਈਸ ਤਾਂ ਨੂੰ ਚੜ੍ਹਨੀ ਕਿ ਉਹ ਡਿਮਾਂਡ ਜ਼ਿਆਦਾ ਹੋ ਜਾਣੀ ਹੈ। ਹੁਣ ਹੱਦ ਇਸ ਗੱਲ ਦੀ ਹੈ ਜਿਸ ਗੱਲ ਤੇ ਮੇਰਾ ਖਿਆਲ ਯੂਰਪੀਅਨ ਯੂਨੀਅਨ ਨੂੰ ਗੁੱਸਾ ਵੀ ਆਉਂਦਾ, ਉਹਨਾਂ ਨੂੰ ਕਰ ਵੀ ਕੁਛ ਨਹੀਂ ਸਕਦੇ। ਹਾਂਜੀ। ਉਹ ਮਿਡਲ ਈਸਟ ਦੇ ਵਿੱਚ ਜਿੱਦਾਂ ਹੁਣ ਸਾਊਦੀ ਅਰੇਬੀਆ ਹੋਇਆ, ਕਟਰ ਹੋਇਆ, ਇਰਾਕ ਹੋਇਆ, ਦੁਬਈ ਵਾਲੇ ਹੋਏ, ਇਹ ਸਾਰੇ ਮੁਲਕ ਇੰਨਾ ਆਇਲ ਪ੍ਰੋਡਿਊਸ ਕਰਦੇ ਆ। ਜਿੱਦਾਂ ਹੁਣ ਪਹਿਲਾਂ ਓਪੈਕ ਬਣਾਈ, ਇਹਨਾਂ ਨੇ ਬਣਾਈ ਆ। ਹਾਂਜੀ। ਸਾਰਾ ਕੰਟਰੋਲ ਹੀ ਇਹ ਕਰਦੇ ਸੀ ਤੇ ਇਹ ਵੀ ਰਸ਼ੀਆ ਤੋਂ ਆਇਲ ਖਰੀਦ ਰਹੇ ਆ। ਹਾਂਜੀ। ਕੈਨ ਯੂ ਇਮੇਜਿਨ, ਜਿਹੜੇ ਆਇਲ ਪ੍ਰੋਡਿਊਸਿੰਗ ਕੰਟਰੀਜ਼, ਐਕਸਪੋਰਟਿੰਗ ਕੰਟਰੀਜ਼ ਆ, ਉਹ ਉਹਨਾਂ ਤੋਂ ਖਰੀਦ ਰਹੇ ਰਸ਼ੀਆ ਦੇ ਕੋਲੋਂ ਆਇਲ। ਉਹ ਉਹਨਾਂ ਨੂੰ ਪੁੱਛਿਆ ਅਮਰੀਕਾ ਵਾਲਿਆਂ ਨੇ ਵੀ ਤੁਸੀਂ ਇੰਨਾ, ਅਸੀਂ ਤਾਂ ਸੈਂਕਸ਼ਨ ਲਾਏ ਆ। ਉਹ ਕਹਿੰਦੇ ਕਿ ਅਸੀਂ ਉਹਨਾਂ ਤੋਂ ਖਰੀਦਦੇ ਹਾਂ ਡੋਮੈਸਟਿਕ ਪ੍ਰੋਡਕਸ਼ਨ ਲਈ। ਹਾਂਜੀ। ਕਿਉਂਕਿ ਸਾਡੇ ਵੀ ਤਾਂ ਕਾਰਾਂ ਚੱਲਦੀਆਂ ਆ, ਸਾਡੇ ਵੀ ਤਾਂ ਹੋਰ ਮਸ਼ੀਨਰੀ ਚੱਲਦੀ ਹੈ ਨਾ ਜੀ। ਉਸ ਮਸ਼ੀਨਰੀ ਨੂੰ ਚਲਾਉਣ ਲਈ ਅਸੀਂ ਰਸ਼ੀਆ ਤੋਂ ਲੈਂਦੇ ਹਾਂ। ਤਾਂ ਜਿਹੜਾ ਉਹ ਆਪਣਾ ਆਇਲ ਪ੍ਰੋਡਿਊਸ ਕਰਦੇ ਆ ਉਹ ਐਕਸਪੋਰਟ ਕਰਦੇ ਆ। ਹੁਣ ਦੇਖੋ ਤੁਸੀਂ ਕਿ ਉਹਨਾਂ ਦਾ ਸਾਊਦੀ ਅਰੇਬੀਆ ਦੇ ਇਹ ਸਾਰਾ ਮਿਡਲ ਈਸਟ 5 ਲੱਖ ਬੈਰਲ ਪਰ ਡੇ, ਹਰ ਰੋਜ਼ 5 ਲੱਖ ਬੈਰਲ ਲੈਂਦਾ ਰਸ਼ੀਆ ਦੇ ਕੋਲੋਂ। ਹਾਂਜੀ। ਉਹ ਇਸ ਕਰਕੇ ਲੈਂਦੇ ਕਿ ਉਹਨਾਂ ਦੀ ਡੋਮੈਸਟਿਕ ਜਿੰਨੀ ਵੀ ਲੋੜ ਹੈ ਆਇਲ ਦੀ ਉਹ ਪੂਰੀ ਹੁੰਦੀ ਹੈ। ਕਿਉਂਕਿ ਯੂਰਪੀਅਨ ਯੂਨੀਅਨ ਉਹਨਾਂ ਤੇ ਇਹ ਵੀ ਇਲਜ਼ਾਮ ਲਾਉਂਦੀ ਸੀ ਕਿ ਤੁਸੀਂ ਸਾਨੂੰ ਰਸ਼ੀਆ ਤੋਂ ਆਇਲ ਲੈ ਕੇ ਰਿਫਾਈਨ ਕਰਕੇ ਦੇ ਦੇਣਾ ਜਾਂ ਸਾਨੂੰ ਸਿੱਧਾ ਹੀ ਭੇਜ ਦਿਓਗੇ। ਅੱਛਾ, ਉਹਨਾਂ ਦਾ ਭਾਂਡਾ ਤੋੜ ਦਿੱਤਾ ਸੀ ਇੱਕ ਵਾਰੀ ਅਮਰੀਕਾ ਦਾ ਵੀ ਤਾਂ ਯੂਰਪੀਅਨ ਯੂਨੀਅਨ ਦਾ ਵੀ ਕਿ ਇੰਡੀਆ ਵਾਲੇ ਇਦਾਂ ਕਰਦੇ ਆ। ਹਾਂਜੀ। ਇੰਡੀਆ ਵਾਲੇ ਐਕਚੁਅਲੀ ਰਸ਼ੀਆ ਦੇ ਕੋਲੋਂ ਆਇਲ ਲੈ ਕੇ ਰਿਫਾਈਨ ਕਰਕੇ ਇਹਨਾਂ ਨੂੰ ਵੇਚ ਦਿੰਦੇ ਆ। ਹਾਂਜੀ। ਉਹ ਦੱਸੋ ਵੀ ਇੱਕ ਜੇ ਰਿਪੋਰਟਰ ਲੱਭ ਸਕਦਾ ਇਹ ਕੁਛ ਤਾਂ ਇਹਨਾਂ ਦੀਆਂ ਇੰਟੈਲੀਜੈਂਸ ਏਜੰਸੀ ਨੂੰ ਨਹੀਂ ਪਤਾ ਜੀ ਕਿੱਥੋਂ ਆਉਂਦਾ ਹੈ ਆਇਲ। ਜੀ ਬਿਲਕੁਲ ਡਾਕਟਰ ਸਾਹਿਬ, ਰਿਪੋਰਟਰਸ ਨੇ ਤਾਂ ਵੱਡੇ ਵੱਡੇ ਖੁਲਾਸੇ ਕੀਤੇ, ਕਿੰਨੇ ਵੱਡੇ ਵੱਡੇ ਸਟਿੰਗ ਆਪਰੇਸ਼ਨ ਕਰਕੇ ਵੱਡੇ ਵੱਡੇ ਜਿਹੜੇ ਹੈਗੇ ਆ ਫੈਕਟ ਸਾਹਮਣੇ ਲੈ ਕੇ ਆਉਂਦੇ ਆ। ਪਰ ਇਹਦੇ ਨਾਲ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਜਿਹੜੀ ਚੀਜ਼ ਨਹੀਂ ਦੇਖਣੀ ਹੁੰਦੀ ਨਾ ਉਹ ਤੇ ਜਾਣ ਕੇ ਅੱਖਾਂ ਤੇ ਹੱਥ ਰੱਖ ਲੈਂਦੇ। ਹਾਂਜੀ। ਤੇ ਕੰਨਾਂ ਨੂੰ ਬੰਦ ਕਰ ਲੈਂਦੇ। ਹਾਂਜੀ, ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ। ਵੈਸੇ ਪਤਾ ਸਭ ਕੁਝ ਹੁੰਦਾ। ਹਾਂਜੀ। ਜਿੱਦਾਂ ਚੀਫ ਮਿਨਿਸਟਰ ਬਾਦਲ ਨੇ ਕਹਿੰਦੇ ਵੀ ਜੇ ਇੱਥੇ ਕੀੜੀ ਵੀ ਹਿਲਦੀ ਹੈ ਪੰਜਾਬ ਦੇ ਵਿੱਚ ਮੈਨੂੰ ਪਤਾ ਹੁੰਦਾ। ਹਾਂਜੀ। ਤੇ ਇੱਥੇ ਹਕੂਮਤਾਂ ਨੂੰ ਸਭ ਤੋਂ ਪਹਿਲਾਂ ਸਵੇਰ ਨੂੰ ਪ੍ਰਾਈਮ ਮਿਨਿਸਟਰ ਤੇ ਪ੍ਰੈਜ਼ੀਡੈਂਟ ਨੂੰ ਇੰਟੈਲੀਜੈਂਸ ਆਫੀਸਰ ਜਾ ਕੇ ਦੱਸਦੇ ਆ। ਜੀ। ਇੰਟੈਲੀਜੈਂਸ ਆਫੀਸਰ ਜਾ ਕੇ ਆਪਣੀ ਰਿਪੋਰਟ ਦਿੰਦਾ। ਹਾਂਜੀ। ਤਾਂ ਕੱਲੀ ਗੱਲ ਦਾ ਪਤਾ ਹੁੰਦਾ। ਜੀ। ਤੇ ਉਹਨਾਂ ਚਿਰ ਇਹਨਾਂ ਨੇ ਜ਼ਿਕਰ ਨਹੀਂ ਕਰਨਾ ਜਿੰਨਾ ਚਿਰ ਪੇਪਰਾਂ 'ਚ ਨਹੀਂ ਆ ਜਾਂਦੀ। ਜੀ। ਮੀਡੀਆ 'ਚ ਨਹੀਂ ਆਉਂਦੀ ਜਿੰਨਾ ਚਿਰ। ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ। ਮੀਡੀਆ 'ਚ ਆਉਣ ਤੋਂ ਬਾਅਦ ਹੀ ਫਿਰ ਇਹਨਾਂ ਦੇ ਬਿਆਨ ਆਉਂਦੇ ਹੁੰਦੇ ਆ, ਉਸ ਤੋਂ ਪਹਿਲਾਂ ਕੋਈ ਵੀ ਜ਼ਿਕਰ ਤੱਕ ਨਹੀਂ ਕਰਦਾ। ਡਾਕਟਰ ਸਾਹਿਬ ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਐਲਾਨ ਕੀਤਾ, ਉਹ ਗਰੀਬ ਦੇਸ਼ਾਂ ਦੀ ਹੈਲਪ ਕਰਨਾ ਚਾਹੁੰਦੇ ਆ। ਉਹਨਾਂ ਨੂੰ ਉਹ 3 ਲੱਖ ਟਨ ਜਿਹੜੀ ਖਾਦ ਹੈਗੀ ਆ ਫ੍ਰੀ ਦੇ ਵਿੱਚ ਦੇਣੀ ਚਾਹੁੰਦੇ ਆ। ਇਸ ਪੂਰੀ ਖਬਰ ਬਾਰੇ ਡਿਟੇਲ ਦੇ ਵਿੱਚ ਆਪਣੇ ਸਰੋਤਿਆਂ ਨੂੰ ਦੱਸੋ। ਦੇਖੋ, ਜਿਹੜੇ ਦਾਨ ਕਰਦੇ ਆ ਇਹਦੇ ਪਿੱਛੇ ਵੀ ਕੋਈ ਮੰਤਵ ਹੁੰਦਾ। ਹਾਂਜੀ, ਹਮੇਸ਼ਾ। ਤੁਸੀਂ ਇੱਥੇ ਦੇਖਿਆ ਹੋਣਾ ਵੱਡੀਆਂ ਵੱਡੀਆਂ ਕੰਪਨੀਆਂ ਨੇ ਦਾਨ ਪੁੰਨ ਉਨਾ ਹੀ ਕਰਦੇ ਆ ਜਿੰਨੇ ਇਹਨਾਂ ਨੂੰ ਟੈਕਸ ਡਿਡਕਸ਼ਨ ਮਿਲਦੀ ਹੁੰਦੀ ਹੈ। ਹਾਂਜੀ। ਤੇ ਇਹ ਪਿਊਟਨ ਦੇ ਜਿਹੜਾ ਬਿਆਨ ਦਿੱਤਾ ਉਹਨਾਂ ਦੇ ਪਿੱਛੇ ਵੀ ਦਾਨ ਪੁੰਨ ਦੇ ਵਿੱਚ ਮੰਤਵ ਹੈ। ਜਦੋਂ ਇਹਨਾਂ ਤੇ ਸੈਂਕਸ਼ਨ ਲਾਏ ਸੀ ਦੁਨੀਆ ਨੇ, ਖਾਸ ਤੌਰ ਤੇ ਯੂਰਪੀਅਨ ਯੂਨੀਅਨ ਨੇ, ਨਾਰਥ ਅਮਰੀਕਾ ਨੇ, ਤੇ ਯੂਰਪੀਅਨ ਯੂਨੀਅਨ ਤੋਂ ਪਹਿਲਾਂ ਹੀ ਜਿਹੜੀ ਇਹਨਾਂ ਨੇ ਖਾਦ ਭੇਜੀ ਸੀ ਨਾ, ਪਹਿਲਾਂ ਜਿਹੜੇ ਸ਼ਿਪ ਜਿਹੜੇ ਔਨ ਦਾ ਵੇ ਸੀ ਉਹ ਉੱਥੇ ਉਹਨਾਂ ਦੀਆਂ ਪੋਰਟਸ ਤੇ ਪਹੁੰਚ ਗਏ ਤਾਂ ਖਾਦ ਉਹਨਾਂ ਨੇ ਲਈ ਨਹੀਂ, ਉੱਥੇ ਵੇਅਰ ਹਾਊਸ ਦੇ ਵਿੱਚ ਪਈ ਆ। ਹਾਂਜੀ। ਤੇ ਉਹ ਖਾਦ ਉੱਥੇ ਦੀ ਉਦੋਂ ਦੀ ਉਹ ਕਈ ਮਹੀਨੇ ਹੋ ਗਏ ਉੱਥੇ ਪਈ ਨੂੰ, ਨਾ ਤਾਂ ਉਹ ਵਾਪਸ ਭੇਜਦੇ ਆ ਤੇ ਨਾ ਹੀ ਉਹਦੇ ਪੈਸੇ ਦਿੰਦੇ ਆ ਕਿਉਂਕਿ ਉਹਨਾਂ ਨੇ ਸੈਂਕਸ਼ਨ ਲਾਏ ਆ। ਹੁਣ ਇਹਨਾਂ ਨੇ ਇੱਕ ਸਮਾਰਟ ਤਰੀਕਾ ਲੱਭਿਆ ਪਿਊਟਨ ਨੇ ਕਿ ਉਹ ਵੀ ਸੋਚਦੇ ਤਾਂ ਹੈ। ਉਹਨਾਂ ਨੇ ਸੋਚਿਆ
ਜੇ ਗਰੀਬ ਮੁਲਕਾਂ ਦਾ ਨਾਂ ਲਵਾਂਗੇ ਅਸੀਂ ਕਿ ਅਸੀਂ ਗਰੀਬ ਮੁਲਕਾਂ ਨੂੰ ਫ੍ਰੀ ਚੀਜ਼ ਭੇਜਣੀ ਆ, ਇਹ ਭੇਜਣੀ ਉਹ ਆ ਜਿਹੜੀ ਕਿ ਯੂਰਪੀਅਨ ਪੋਰਟਸ ਦੇ ਉੱਤੇ ਖਾਦ ਪਈ ਹੈ। ਹਾਂਜੀ, ਕੋਲੋਂ ਨਵੀਂ ਖਾਦ ਨਹੀਂ ਦੇ ਰਹੇ। ਹਾਂਜੀ, ਖਾਦ ਅੱਜ ਕੱਲ ਬਹੁਤ ਮਹਿੰਗੀ ਹੋਈ ਹੈ ਜੀ ਬਿਲਕੁਲ, ਉਹ ਬੜੇ ਪੈਸੇ ਬਣਾ ਰਹੇ ਆ, ਤੇ ਜਿਹੜੀ ਉਹਨਾਂ ਦੀ ਖਾਦ ਨਾ ਮੁੜਨੀ ਸੀ ਉਹਨਾਂ ਨੂੰ ਤੇ ਨਾ ਹੀ ਉਹਦੇ ਪੈਸੇ ਦੇਣੇ ਸੀ ਯੂਰਪੀਅਨ ਯੂਨੀਅਨ ਨੇ, ਉਹ ਖਾਦ ਕਹਿੰਦੇ ਚੱਕ ਕੇ, ਕਿਉਂਕਿ ਹੁਣ ਯੂਰਪੀਅਨ ਯੂਨੀਅਨ ਵਾਲੇ ਵੀ ਫਸ ਗਏ ਨਾ, ਜੇ ਉਹ ਕਹਿਣਗੇ ਵੀ ਅਸੀਂ ਗਰੀਬ ਮੁਲਕਾਂ ਨੂੰ ਨਹੀਂ ਦੇਣੀ ਤਾਂ ਫੇਰ ਰਸ਼ੀਆ ਵਾਲੇ ਰੌਲਾ ਪਾਉਣਗੇ, ਦੇਖੋ ਗਰੀਬ ਮੁਲਕਾਂ ਦਾ ਤਾਂ ਨਾ ਹੀ ਲੈਂਦੇ ਆ, ਇਹ ਤੁਹਾਡੇ ਹੱਕ 'ਚ ਹੀ ਨਹੀਂ। ਵੈਸੇ ਡਾਕਟਰ ਸਾਹਿਬ ਬੜਾ ਸਮਾਰਟ ਮੂਵ ਆ ਇਹ ਬਹੁਤ ਸਮਾਰਟ ਮੂਵ ਆ। ਹਾਂਜੀ, ਵੈਸੇ ਉਹਨਾਂ ਦਾ ਮੰਤਵ ਵੀ ਛੁਪਿਆ ਹੈ ਇਹਦੇ ਪਿੱਛੇ ਜੀ। ਜਿੱਦਾਂ ਪਹਿਲਾਂ ਕਹਿੰਦੇ ਸੀ ਕਿ ਯੂਕਰੇਨ ਦੇ ਵਿੱਚੋਂ ਤੁਸੀਂ ਜਿਹੜਾ ਅਨਾਜ ਆ ਉਹ ਜਾਂਦਾ ਨਹੀਂ, ਰਸ਼ੀਆ ਵਾਲਿਆਂ ਨੇ ਬੰਦ ਕੀਤਾ, ਇਹਨੇ ਭੁੱਖੇ ਮਾਰਦੇ ਨੇ ਦੁਨੀਆ ਦੇ, ਤੀਸਰੀ ਦੁਨੀਆ ਦੇ ਲੋਕ, ਜਿਹੜੇ ਗਰੀਬ ਮੁਲਕਾਂ ਵਾਲੇ ਲੋਕ ਭੁੱਖੇ ਮਾਰ ਦੇਣੇ ਆ। ਫਿਰ ਜਿਸ ਦਿਨ ਰਸ਼ੀਆ ਦੀ ਫੋਰਨ ਅਫੇਅਰ ਮਿਨਿਸਟਰੀ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਭਾਈ ਤੁਸੀਂ ਰੌਲਾ ਪਾਇਆ ਸੀ ਸ਼ਿਪ ਨਹੀਂ ਜਾਂਦੇ, ਅੱਜ ਤਾਂ ਹੀ ਦੱਸਿਓ ਵੀ ਇੱਕ ਵੀ ਸ਼ਿਪ ਦੱਸੋ ਯੂਕਰੇਨ ਦੀ ਪੋਰਟ ਤੋਂ ਕਿਹੜਾ ਅਨਾਜ ਲੈ ਕੇ ਗਰੀਬ ਮੁਲਕਾਂ ਨੂੰ ਗਿਆ। ਹਾਂਜੀ, ਸਾਰੇ ਦੇ ਸਾਰੇ ਲੰਡਨ ਜਾ ਰਹੇ ਆ, ਪੈਰਿਸ ਜਾ ਰਹੇ ਆ, ਐਮਸਟਰਡਮ ਜਾ ਰਹੇ ਆ। ਉਹ ਉਦਣ ਹੀ ਉਹਨਾਂ ਨੇ ਅਨਾਉਂਸ ਕਰਤਾ ਕਿ ਇੱਕ ਸ਼ਿਪ ਭੇਜ ਕੇ ਨਹੀਂ ਆਏ, ਇਹ ਇਥੀਓਪੀਆ ਨੂੰ ਜਾ ਰਿਹਾ। ਹਾਂਜੀ, ਤੇ ਹੁਣ ਉਹ ਪੰਗੇ ਦੇ ਵਿੱਚ ਇਸ ਕਰਕੇ ਫਸ ਗਿਆ ਯੂਰਪੀਅਨ ਯੂਨੀਅਨ ਕਿ ਜੇ ਹੁਣ ਕਹਿੰਦੇ ਆ ਕਿ ਅਸੀਂ ਗਰੀਬ ਮੁਲਕਾਂ ਨੂੰ ਨਹੀਂ ਦੇਣੀ, ਹਾਂਜੀ, ਤਾਂ ਫੇਰ ਉਹ ਜਿਹੜੇ ਅਫਰੀਕਾ, ਲੈਟਨ ਅਮਰੀਕਾ, ਏਸ਼ੀਆ ਵਾਲੇ ਇਕੱਠੇ ਹੋ ਕੇ ਕਹਿਣਗੇ ਕਿ ਜਿਹੜੇ ਮੁਲਕਾਂ ਨੂੰ ਖਾਦ ਚਾਹੀਦੀ ਸੀ ਉਹਨਾਂ ਨੂੰ ਰਸ਼ੀਆ ਵਾਲੇ ਤਾਂ ਮੁਫਤ ਦੇ ਰਹੇ, ਹਾਂਜੀ, ਪਰ ਤੁਸੀਂ ਉਹ ਲੈ ਕੇ ਬੈਠੇ, ਤੁਸੀਂ ਉਹਨਾਂ ਨੂੰ ਹੋਸਟੇਜ ਕੀਤਾ ਹੈ। ਹਾਂਜੀ, ਸੋ ਇਹ ਸਮਾਰਟ ਵੈਸੇ ਮੂਵ ਹੈ ਰਸ਼ੀਆ ਦਾ। ਹਾਂਜੀ, ਵੈਸੇ ਵੀ ਉਹਨਾਂ ਦੀ ਖਾਦ ਤਾਂ ਗਈ ਸੀ, ਹਾਂਜੀ, ਉਹ ਮੁੜਨੀ ਨਹੀਂ ਸੀ, ਪਈ ਸੀ ਉਹਨਾਂ ਦੇ ਵੇਅਰ ਹਾਊਸ ਦੇ ਵਿੱਚ, ਤੇ ਹੁਣ ਚਲੋ ਕਿਸੇ ਦੇ ਕੰਮ ਤਾਂ ਆਈ ਨਾ। ਜੀ ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ ਤੁਸੀਂ। ਇਸ ਇਸ਼ੂ ਤੇ ਹੁਣ ਤੁਸੀਂ ਅੱਜ ਦਾ ਵਿਚਾਰ ਦੱਸ। ਅੱਜ ਦਾ ਵਿਚਾਰ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਪਹਾੜਾਂ ਤੋਂ ਡਿੱਗਿਆ ਬੰਦਾ ਤਾਂ ਖੜਾ ਹੋ ਸਕਦਾ ਪਰ ਨਜ਼ਰ ਵਿੱਚੋਂ ਡਿੱਗਿਆ ਬੰਦਾ ਨਹੀਂ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ 6045929191 6045929191 ਤੇ ਸਾਡੀ ਈਮੇਲ ਹੈ ਜੀ info@radioindia.ca। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।